नवी DD15 चलाउंदे ਜਾਂ ਪੈਕਾਰ ਮੈਕਸ ਫੋਰਸ ਕਮਿੰਸ ISX ਵੋਲਵੋ ਮਰਸੀਡੀਜ਼ ਸਪ੍ਰਿੰਟਰ ਜਿਹੀ ਮੋਟਰ ਹੋਵੇ ਤੇਲ ਹੋਰ ओरिजिनल ਫਿਲਟਰ ਤਾਂ ਚੇਂਜ ਕਰਾਉਣਾ ਹੀ ਆ ਜਾਓ ਫਿਰ क्विक ट्रक ल्यूब ट्रक सर्विसिंग वाह भाई वाह कोई अपॉइंटमेंट नहीं ड्राइव थ्रू फैसिलिटी यूज करो 2 लोकेशंस तुसी जानते ही हो एग्जिट 268 ऑन हाईवे 401 और एग्जिट 5 ऑन QEW क्विक ट्रक ल्यूब खुश होके परतोगे मान लो 519 622 0660 519 622 0660 QTL because we care क्विक ट्रक ल्यूब ਓਏ ਮੇਰੇ ਵੀਰ ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ ਇਹਦਾ ਰਾਜ਼ ਕੀ ਹੈ ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 360652 6066। ਇਹ 2 ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕੰਡ ਲੋਕੇਸ਼ਨ ਲੌਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ ਲੌਸਟ ਹਿਲਸ। ਫੋਨ ਨੰਬਰ 661 797 2354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। जी हाँ, ड्रीमलाइनर एक्सप्रेस कंपनी कैलगरी अल्बर्टा कैनेडा जिन्हां नूं साफ सुथरे रिकॉर्ड ते 2 साला तजर्बे वाले ड्राइवर्स दी लोड़ है। इन्हां कोल कैलगरी अल्बर्टा तो कैलिफोर्निया ते एरिज़ोना दे सिद्धे रन। इन्हां कोल ड्राई ते रीफर लोड भी है। होम रिटर्न विद इन 5 डेज, बाई वीकली ते चंगी तनख्वाह दिंदे आ और हाँ सिंगल ते टीम्स दोनां नूं हायर करदे ने। वधेरे जानकारी लई कॉल 403 404 9501 403 404 9501। ड्रीमलाइनर एक्सप्रेस कंपनी कैलगरी अल्बर्टा कैनेडा। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 855600 2064 ਅਤੇ 8556 02071। ट्रकिंग वाले वीरो ध्यान नाल सुनो। ट्रक जिद्दां दा भी चलाउने हो, मैनुअल ਜਾਂ ਆਟੋਮੈਟਿਕ, क्विक ट्रक ल्यूब चेते आही ना रखियो। ट्रक दी बढ़िया सर्विस ਲਈ क्विक ट्रक ल्यूब। लो जी तीजी लोकेशन भी खोलती है एग्जिट 579 फ्रॉम हाईवे 401 इन नापनी। आहो जी कोई अपॉइंटमेंट नहीं, ड्राइव थ्रू फैसिलिटी एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप 519 622 0660 ਜਾਂ quicktrucklube.com QTL because we care। ट्रक ल्यूब सेखो इमिग्रेशन सर्विसेज कैलिफोर्निया इमिग्रेशन कंसल्टेंट रजिस्टर्ड ਅਤੇ ਬੌਂਡਡ ਇਮੀਗ੍ਰੇਸ਼ਨ ਅਸਿਸਟੈਂਸ ਦੇ ਨਾਲ ਸਿਟੀਜ਼ਨਸ਼ਿਪ, ਵਰਕ ਪਰਮਿਟ, ਪ੍ਰੋਸੈਸ ਸਰਵਿਸ, OCI ਕਾਰਡ, ਫੈਮਿਲੀ ਪਟੀਸ਼ਨ, ਇੰਡੀਅਨ ਪਾਸਪੋਰਟ, ਇੰਡੀਅਨ ਵੀਜ਼ਾ ਅਤੇ ਨੋਟਰੀ ਪਬਲਿਕ ਲਈ ਸੰਪਰਕ ਕਰੋ। ਸੇਖੋ ਇਮੀਗ੍ਰੇਸ਼ਨ ਸਰਵਿਸਿਜ਼, ਗੁਰਸ਼ਰਨ ਸੇਖੋ 22693 ਹੈਸਪੇਰੀਅਨ ਬੁਲੇਵਾਰਡ, ਸਵੀਟ 250, Hayward, California. Call 510-200-9988. सेखो इमिग्रेशन सर्विसेज कैलिफोर्निया इमिग्रेशन कंसल्टेंट रजिस्टर्ड ਅਤੇ ਬੌਂਡਡ ਇਮੀਗ੍ਰੇਸ਼ਨ ਅਸਿਸਟੈਂਸ ਦੇ ਨਾਲ ਸਿਟੀਜ਼ਨਸ਼ਿਪ, ਵਰਕ ਪਰਮਿਟ, ਪ੍ਰੋਸੈਸ ਸਰਵਿਸ, OCI ਕਾਰਡ, ਫੈਮਿਲੀ ਪਟੀਸ਼ਨ, ਇੰਡੀਅਨ ਪਾਸਪੋਰਟ, ਇੰਡੀਅਨ ਵੀਜ਼ਾ ਅਤੇ ਨੋਟਰੀ ਪਬਲਿਕ ਲਈ ਸੰਪਰਕ ਕਰੋ। ਸੇਖੋ ਇਮੀਗ੍ਰੇਸ਼ਨ ਸਰਵਿਸਿਜ਼, ਗੁਰਸ਼ਰਨ ਸੇਖੋ 22693 ਹੈਸਪੇਰੀਅਨ ਬੁਲੇਵਾਰਡ, ਸਵੀਟ 250, Hayward, California. Call 510-200-9988. JB Truck Repair, Yuba City, Certified Cummins, Detroit Freightliner, Western Star, Volvo, Caterpillar ਅਤੇ Series 60 ਇੰਜਨਸ, ਇੰਟਰਨੈਸ਼ਨਲ ਅਤੇ ਆਟੋਮੈਟਿਕ ਟਰਾਂਸਮਿਸ਼ਨਸ, 5 ਸਾਲ ਦਾ ਫ੍ਰੇਟਲਾਈਨ ਡੀਲਰਸ਼ਿਪ ਦਾ ਐਕਸਪੀਰੀਅੰਸ। ਇਹ ਇੰਜਨ, ਟਰੱਕ, ਟ੍ਰੇਲਰ, AC, ਇਲੈਕਟ੍ਰੀਕਲ, DPF, DEF ਰਿਪੇਅਰ ਕਰਦੇ ਹਨ। ਟਰਾਂਸਮਿਸ਼ਨ, ਰੀਅਰ ਐਂਡ, ਬ੍ਰੇਕਸ, ਆਇਲ ਚੇਂਜ ਕਰ ਦਿੰਦੇ ਹਨ। ਸਰਟੀਫਾਈਡ 90 ਡੇ DOT ਇੰਸਪੈਕਸ਼ਨ ਅਤੇ ਸਰਟੀਫਾਈਡ ਐਨੂਅਲ ਫੈਡਰਲ DOT ਇੰਸਪੈਕਸ਼ਨ ਕਰਦੇ ਹਨ। 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7। ਨਵੇਂ ਕਸਟਮਰਸ ਲਈ 10% ਡਿਸਕਾਊਂਟ। ਹਫਤੇ ਦੇ 7 ਦਿਨ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916 696 0634 ਜਾਂ ਜਗਰਾਜ ਬਲ 530 339 15।
ਐਡਰੈਸ 3894 ਰੇਲ ਰੋਡ ਐਵਨਿਊ ਯੂਬਾ ਸਿਟੀ। ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ। ਸ਼ਮਾਦਾਨ। ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਹੈ ਪਿਆਰੇ ਸਰੋਤਿਓ ਤੁਹਾਡਾ ਸਭ ਦਾ। ਸੋ ਪਿਆਰੇ ਸਰੋਤਿਓ, ਅਸੀਂ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ, ਅਸੀਂ ਵੱਖ-ਵੱਖ ਵਿਸ਼ਿਆਂ ਨੂੰ ਲੈ ਕੇ ਗੱਲਬਾਤ ਕਰਦੇ ਹਾਂ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ, ਜਿਸ ਦੌਰਾਨ ਅਸੀਂ ਲੋਕਾਂ ਦੀਆਂ ਮੰਗਾਂ ਹੋਣ, ਜਿਹੜੇ ਭਾਵੇਂ ਮੁਲਾਜ਼ਮ ਵਰਗ ਹੋਵੇ, ਭਾਵੇਂ ਕਿਸਾਨ ਹੋਣ ਜਾਂ ਕੋਈ ਵੀ ਹੋਰ ਸਮਾਜ ਦਾ ਵਰਗ ਹੋਵੇ, ਅਸੀਂ ਉਹਨਾਂ ਦੀਆਂ ਜਿਹੜੀਆਂ ਨੇ ਮੰਗਾਂ ਹੋਣ ਜਾਂ ਉਹਨਾਂ ਦੀਆਂ ਜੋ ਵੀ ਮੁੱਦੇ ਉਹਨਾਂ ਦੇ ਹੁੰਦੇ ਹਨ, ਉਹਨਾਂ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਲਈ ਅਸੀਂ ਵੱਧ ਤੋਂ ਵੱਧ ਆਵਾਜ਼ ਨੂੰ ਬੁਲੰਦ ਕਰਨ ਦੇ ਲਈ ਅਸੀਂ ਮੌਕੇ ਦਿੰਦੇ ਹਾਂ। ਵੱਖ-ਵੱਖ ਜਿਹੜੇ ਹਨ ਸਮਾਜ ਦੇ ਬੁਲਾਰੇ ਹੁੰਦੇ ਹਨ, ਉਹਨਾਂ ਦੇ ਨੂੰ ਅਸੀਂ ਮੌਕਾ ਦਿੰਦੇ ਹਾਂ ਅਤੇ ਪ੍ਰੋਗਰਾਮ ਦੇ ਵਿੱਚ ਜੋੜਦੇ ਹਾਂ। ਇਸੇ ਦੌਰਾਨ ਅੱਜ ਅਸੀਂ ਗੱਲਬਾਤ ਕਰਾਂਗੇ ਜੀ ਡਾਕਟਰਾਂ ਦੇ ਮੁੱਦੇ ਨੂੰ ਲੈ ਕੇ। ਸਰਕਾਰੀ ਡਾਕਟਰ ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਹੈ ਅੰਦੋਲਨ ਕਰ ਰਹੇ ਹਨ। ਉਹਨਾਂ ਦਾ ਮੁੱਖ ਤੌਰ ਉੱਤੇ ਉਹਨਾਂ ਦੀ ਜਿਹੜੀ ਮੰਗ ਸ਼ੁਰੂ ਹੋਈ ਸੀ ਉਹ ਸੀ NPA ਦੀ ਮੰਗ ਨੂੰ ਲੈ ਕੇ, ਕਿਉਂਕਿ ਜਦੋਂ ਪੰਜਾਬ ਸਰਕਾਰ ਵੱਲੋਂ 6ਵਾਂ ਪੇ ਕਮਿਸ਼ਨ ਲਿਆਂਦਾ ਗਿਆ ਤਾਂ ਉਸ ਦੇ ਵਿੱਚ ਜਿਹੜਾ ਉਹਨਾਂ ਵੱਲੋਂ ਰਿਪੋਰਟ ਪੇਸ਼ ਕੀਤੀ ਗਈ ਤਾਂ ਉਸ ਦੌਰਾਨ ਸਰਕਾਰੀ ਡਾਕਟਰਾਂ ਦਾ ਜਿਹੜਾ NPA ਕੱਟ ਦਿੱਤਾ ਗਿਆ ਸੀ। ਇਸੇ ਕਾਰਨ ਡਾਕਟਰਾਂ ਵੱਲੋਂ ਜਿਹੜੀਆਂ ਨੇ ਹੈ ਆਪਣੀਆਂ ਸਟ੍ਰਾਈਕ ਕੀਤੀ ਜਾ ਰਹੀ ਹੈ। ਇਸ ਦੌਰਾਨ ਉਹਨਾਂ ਵੱਲੋਂ ਹੜਤਾਲ ਦੇ ਢੰਗ ਵੀ ਬਹੁਤ ਬਦਲੇ ਗਏ। ਇਸੇ ਬਾਰੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਜੀ ਬਠਿੰਡਾ ਤੋਂ ਮੈਡੀਕਲ ਆਫਿਸਰ ਡਾਕਟਰ ਜਗਰੂਪ ਸਿੰਘ ਜੀ ਜੁੜਨਗੇ ਅਤੇ ਗੱਲਬਾਤ ਕਰਨਗੇ। ਉਹ ਦੱਸਦੀ ਹੈ ਕਿ ਉਹ ਬਠਿੰਡਾ ਦੇ ਵਿੱਚ ਜੋ ਡਾਕਟਰ ਦੀ ਐਸੋਸੀਏਸ਼ਨ ਹੈ ਉਸ ਦੇ ਬਤੌਰ ਪ੍ਰਧਾਨ ਵਜੋਂ ਵੀ ਵਿਚਰ ਰਹੇ ਹਨ ਅਤੇ ਸਮਾਜ ਦੇ ਲਈ ਵੀ ਬਹੁਤ ਚੰਗਾ ਕੰਮ ਕਰ ਰਹੇ ਹਨ। ਸੋ ਡਾਕਟਰ ਜਗਰੂਪ ਸਿੰਘ ਜੀ, ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਆਪ ਜੀ ਦਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਤੇ ਮੇਰੇ ਬਹੁਤ ਸਾਰੇ ਸਰੋਤਿਆਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਡਾਕਟਰ ਸਾਹਿਬ, ਜੇ ਆਪਾਂ ਗੱਲਬਾਤ ਕਰੀਏ ਤਾਂ ਤੁਹਾਡੀ ਹੜਤਾਲ ਨੂੰ ਲਗਭਗ ਮੇਰਾ ਖਿਆਲ ਹੈ ਮਹੀਨਾ ਹੀ ਹੋ ਚੱਲਿਆ ਹੈ। ਕਾਫੀ ਲੰਬਾ ਸਮਾਂ ਹੁਣ ਹੋ ਚੁੱਕਿਆ ਹੈ ਤੁਹਾਡੀ ਇਸ ਹੜਤਾਲ ਨੂੰ, ਅਤੇ ਇਸ ਦੌਰਾਨ ਤੁਸੀਂ ਵੱਖ-ਵੱਖ ਜਿਹੜੇ ਹਨ ਆਪਣੇ ਹੜਤਾਲ ਦੇ ਜਿਹੜੇ ਢੰਗ ਹੈ ਉਹ ਵੀ ਬਦਲੇ ਸੀ। ਆਪਦੀ ਪਰਸਨਲ ਜਿਹੜੀ ਹੈ ਐਸੋਸੀਏਸ਼ਨ ਵੱਲੋਂ OPD ਵੀ ਚਲਾਈ ਗਈ ਸੀ। ਸੋ ਬਹੁਤ ਤਰੀਕੇ ਦੇ ਜਿਹੜੇ ਪ੍ਰਦਰਸ਼ਨ ਨੇ ਤੁਹਾਡੇ ਵੱਲੋਂ ਕੀਤੇ ਗਏ ਨੇ। ਸੋ ਆਪਾਂ ਥੋੜ੍ਹਾ ਜਿਹਾ ਸ਼ੁਰੂਆਤ ਦੇ ਵਿੱਚ ਜਾਵਾਂਗੇ ਕਿ ਕਿਉਂ ਇਹ ਸਾਰੀ ਤੁਹਾਨੂੰ ਹੜਤਾਲ ਸ਼ੁਰੂ ਕਰਨੀ ਪਈ ਹੈ, ਕਿੱਥੋਂ ਇਹ ਮੁੱਦੇ ਸ਼ੁਰੂ ਹੁੰਦੇ ਨੇ? ਹਾਂਜੀ, ਮੈਂ ਦੱਸ ਦੇਣਾ ਚਾਹੁੰਦਾ ਜੀ, ਸਾਨੂੰ ਜਿਹੜਾ ਸਾਡੀ ਸਟ੍ਰਾਈਕ ਚੱਲ ਰਹੀ ਹੈ ਲਗਭਗ ਸਾਨੂੰ 41 ਦਿਨ ਹੋ ਚੁੱਕੇ ਆ ਜੀ। ਅੱਜ ਪਹਿਲਾ ਸਟ੍ਰਾਈਕ ਦੀ ਜਿਹੜੀ ਪਹਿਲਾ ਪ੍ਰਦਰਸ਼ਨ ਜਿਹੜਾ ਅਸੀਂ ਕਰ ਰਹੇ ਸੀ ਉਹ ਅਸੀਂ 25 ਜੂਨ ਤੋਂ ਪਹਿਲੀ ਅਸੀਂ ਸਟ੍ਰਾਈਕ ਦੀ ਵੱਡੀ ਕਾਲ ਦਿੱਤੀ ਸੀ, ਜਿਹਦੇ ਵਿੱਚ ਅਸੀਂ OPD ਸੇਵਾਵਾਂ ਨੂੰ ਬੰਦ ਰੱਖਿਆ ਸੀ। ਮਸਲਾ ਅਸਲ 'ਚ ਮੁਲਾਜ਼ਮਾਂ ਦੇ ਨਾਲ ਜੁੜੀਆਂ ਹੋਈਆਂ ਮੰਗਾਂ ਦਾ ਹੁੰਦਾ ਹੈ ਤੇ ਮੁਲਾਜ਼ਮਾਂ ਨੂੰ ਇੱਕ ਪੇ ਕਮਿਸ਼ਨ ਦਿੱਤਾ ਜਾਂਦਾ ਜੀ ਸਰਕਾਰ ਵੱਲੋਂ, ਜਿਹੜਾ ਕਿ ਪੰਜਾਬ ਸਰਕਾਰ ਵੱਲੋਂ 2016 ਦੇ ਵਿੱਚ ਲਾਗੂ ਕਰਨਾ ਬਣਦਾ ਸੀ। ਉਹਦੇ 'ਚ ਲੇਟ ਹੈ ਜਿਵੇਂ ਸਰਕਾਰ। ਪੇ ਕਮਿਸ਼ਨ ਦੇ ਵਿੱਚ ਹਰੇਕ ਮੁਲਾਜ਼ਮ ਵਰਗ ਨੂੰ ਇਹ ਉਮੀਦ ਰਹਿੰਦੀ ਹੈ ਕਿ ਸਮੇਂ ਦੇ ਹਿਸਾਬ ਨਾਲ ਪੇ ਕਮਿਸ਼ਨ ਦੇ ਵਿੱਚ ਉਹਨਾਂ ਦੀਆਂ ਤਨਖਾਹਾਂ 'ਚ ਵਾਧਾ ਕੀਤਾ ਜਾਊਗਾ। ਬਿਲਕੁਲ ਜੀ। ਤੇ ਜਦੋਂ ਇਹ ਸਾਡਾ ਪੇ ਕਮਿਸ਼ਨ, ਜਦੋਂ ਸਾਡੇ ਜਿਹੜੀ ਹੈਗੀ ਆ ਡਾਕਟਰੀ ਪੇਸ਼ੇ ਦੇ ਨਾਲ ਸੰਬੰਧਿਤ ਗੱਲਾਂ ਦੀ ਗੱਲ ਕਰੀਏ ਤਾਂ ਆਪਾਂ ਜਦੋਂ ਉਹਦੇ 'ਚ ਇਹ ਪ੍ਰਸਤਾਵਿਤ ਕੀਤਾ ਗਿਆ ਕਿ ਡਾਕਟਰਾਂ ਦਾ ਜਿਹੜਾ NPA ਹੈ ਜੀ ਉਹ 25% ਤੋਂ ਕੱਟ ਕੇ 20% ਕੀਤਾ ਜਾਊਗਾ ਤੇ ਬੇਸਿਕ ਪੇ ਨਾਲੋਂ ਡੀਲਿੰਗ ਕੀਤਾ ਜਾਊਗਾ। NPA ਬਾਰੇ ਮੈਂ ਦੱਸਣਾ ਚਾਹੁੰਦਾ। NPA ਦੀ ਜਿਹੜੀ ਫੁੱਲ ਫਾਰਮ ਹੈ ਉਹ ਹੈਗਾ ਨੋਨ ਪ੍ਰੈਕਟਿਸਿੰਗ ਅਲਾਊਂਸ। ਅਸਲ ਦੇ ਵਿੱਚ ਇਹ ਬੜਾ ਮਿਸਨੋਮਰ ਜਿਹਾ ਨਾਮ ਹੈ ਜੀ ਇਹਦਾ। NPA ਡਾਕਟਰਾਂ ਨੂੰ ਇਸ ਲਈ ਲਗਾਇਆ ਗਿਆ ਸੀ ਕਿਉਂਕਿ ਜਿਹੜੀ ਡਾਕਟਰੀ ਪੜ੍ਹਾਈ ਹੈ, ਜਿਹੜਾ ਡਾਕਟਰੀ ਪੇਸ਼ੇ ਦੀ ਜਿਹੜੀ ਡਿਗਰੀ ਹੈ MBBS ਦੀ ਡਿਗਰੀ, ਉਹ ਬਾਕੀ ਗ੍ਰੈਜੂਏਸ਼ਨ ਦੀਆਂ ਡਿਗਰੀਆਂ ਨਾਲੋਂ ਇੱਕ ਤਾਂ ਲੰਬੀ ਹੈ ਜੀ, ਦੂਜਾ ਉਹਦੀ ਜਿਹੜੀ ਪੜ੍ਹਾਈ ਹੈ ਉਹ ਬਾਕੀ ਡਿਗਰੀਆਂ ਦੇ ਨਾਲੋਂ ਔਖੀ ਆ, ਤੀਸਰਾ ਡਾਕਟਰ ਇਸ ਪੜ੍ਹਾਈ ਕਰਕੇ, ਇਸ ਡਿਗਰੀ ਕਰਕੇ ਜੋਬ ਦੇ ਵਿੱਚ ਲੇਟ ਆਉਂਦੇ ਆ ਬਾਕੀ ਉਹਦੇ ਆਪਣੇ ਕਾਊਂਟਰ ਪਾਰਟਸ ਜਿਹੜੇ ਹੈਗੇ ਨੇ ਦੂਜੇ ਮਹਿਕਮਿਆਂ ਦੇ, ਚੌਥਾ ਜਿਹੜਾ ਸਾਡਾ ਜਿਹੜੇ ਪ੍ਰਮੋਸ਼ਨ ਦੇ ਚਾਂਸਸ ਨੇ ਉਹ ਵੀ ਬਾਕੀਆਂ ਨਾਲੋਂ ਘੱਟ ਬਣਦੇ ਨੇ। ਇਸ ਕਰਕੇ ਇਹ NPA ਇਹ ਤਾਂ ਚਲਾਇਆ ਗਿਆ ਸੀਗਾ। ਸਮੇਂ ਦੇ ਹਿਸਾਬ ਨਾਲ ਇਹਦੀ ਤੇ ਵਾਹਵਾ ਮਤਲਬ ਜਿਹੜੀ ਹੈ ਉਹ ਹਰ ਵਾਰ ਕਟੌਤੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਇਸ ਵਾਰ ਸਰਕਾਰ ਨੇ ਇਹ ਸਾਡੇ NPA ਜਿਹੜਾ ਹੈਗਾ ਇਹ 25%, 80% ਸਾਡਾ ਲੱਗਦਾ ਸੀ, ਉਹਨੂੰ ਬੇਸਿਕ ਪੇ 'ਚ ਕਲੱਬ ਕਰਕੇ ਉਸ ਤੋਂ ਬਾਅਦ ਬਣਦੀ ਅਮਾਊਂਟ ਦੇ ਉੱਤੇ ਬਾਕੀ ਜਿਹੜੇ ਸਾਡੇ ਅਲਾਊਂਸਸ ਲੱਗਦੇ ਸੀ। ਪਰ ਇਸ ਵਾਰ ਸਰਕਾਰ ਨੇ 6ਵੇਂ ਪੇ ਕਮਿਸ਼ਨ ਦੇ ਵਿੱਚ ਇਹ ਤਜਵੀਜ਼ ਪੇਸ਼ ਕੀਤੀ ਕਿ 25 ਤੋਂ ਇਹ ਘਟਾ ਕੇ 20 ਕੀਤਾ ਜਾਊਗਾ, ਪਲੱਸ ਉਹਨੂੰ ਬੇਸਿਕ ਪੇ ਦੇ ਨਾਲ ਜੋੜਿਆ ਨਹੀਂ ਜਾਊਗਾ, ਬਾਕੀ ਅਲਾਊਂਸਸ ਉਹਨੂੰ ਜੋੜ ਕੇ ਕਾਊਂਟ ਨਹੀਂ ਕੀਤੇ ਜਾਣਗੇ। ਇਹ ਸਰਾਸਰ ਇੱਕ ਕਿਸਮ ਦਾ ਮੁਲਾਜ਼ਮ ਵਰਗ ਨਾਲ, ਖਾਸ ਕਰਕੇ ਡਾਕਟਰਾਂ ਨਾਲ ਬਹੁਤ ਵੱਡਾ ਧੱਕਾ ਸੀ, ਕਿਉਂਕਿ ਅਸੀਂ ਦੇਖਦੇ ਹਾਂ ਕਿ ਪਿਛਲੇ ਸਾਲ ਦੇ ਦੌਰਾਨ ਜਦੋਂ ਕਰੋਨਾ ਦੀ ਵੇਵ ਆਉਂਦੀ ਹੈ ਫਸਟ,
ਤਾਂ ਆਪਾਂ ਜਾਣਦੇ ਹਾਂ, ਸਭ ਨੇ ਦੇਖਿਆ ਕਿ ਸਰਕਾਰੀ ਹਸਪਤਾਲਾਂ ਤੋਂ ਇਲਾਵਾ ਬਾਹਰ ਪ੍ਰਾਈਵੇਟ ਵਿੱਚ ਕਿਸੇ ਵੀ ਬੰਦੇ ਨੇ ਕੋਵਿਡ ਦੇ ਮਰੀਜ਼ਾਂ ਦੀ ਸਾਂਭ ਸੰਭਾਲ ਨਹੀਂ ਕੀਤੀ। ਬਿਲਕੁਲ ਜੀ, ਸਿੱਧਮ ਸਿੱਧਾ ਸਰਕਾਰੀ ਡਾਕਟਰਾਂ ਦਾ, ਸਰਕਾਰੀ ਸੰਸਥਾਵਾਂ ਦਾ, ਸਰਕਾਰੀ ਲੋਕਾਂ ਦਾ, ਜਿਹੜੇ ਸਰਕਾਰੀ ਸੰਸਥਾਵਾਂ ਵਿੱਚ ਕੰਮ ਕਰਦੇ ਨੇ, ਉਹਨਾਂ ਲੋਕਾਂ ਨੇ ਕਰੋਨਾ ਨੂੰ ਅੜੇ ਹੱਥੀਂ ਲਿਆ ਤੇ ਬਾਖੂਬੀ ਉਹ ਸੇਵਾ ਨਿਭਾਈ ਤੇ ਬਹੁਤ ਸੋਹਣੇ ਤਰੀਕੇ ਨਾਲ ਕੋਵਿਡ ਨੂੰ ਕੰਟਰੋਲ ਕੀਤਾ ਗਿਆ। ਜੀ ਬਿਲਕੁਲ, ਠੀਕ ਹੈ। ਤਾਂ ਇੰਨਾ ਸਾਰਾ ਕੁਝ ਹੋਣ ਤੋਂ ਬਾਅਦ ਇੱਕ ਡਾਕਟਰ ਨੂੰ ਇਹ ਉਮੀਦ ਰਹਿੰਦੀ ਆ, ਜਿਵੇਂ ਕਿ ਕੈਨੇਡਾ 'ਚ ਕੀਤਾ, ਵੀ ਕੈਨੇਡਾ 'ਚ ਕੀ ਕੀਤਾ ਵੀ ਹਰੇਕ ਘੰਟੇ ਦੇ $3 ਵਧਾ ਕੇ ਦਿੱਤੇ ਗਏ ਆ ਵੀ ਜਿਹੜੇ ਬੰਦੇ ਕੋਵਿਡ 'ਚ ਕੰਮ ਕਰਦੇ ਆ। ਇੱਕ ਤਰ੍ਹਾਂ ਦਾ ਪ੍ਰੋਤਸਾਹਨ ਸੀ ਉਹਨਾਂ ਨੂੰ ਵੀ ਇਹ ਸੇਵਾਵਾਂ ਬਹੁਤ ਵਧੀਆ ਕੀਤੀਆਂ, ਤੁਹਾਡਾ ਅਸੀਂ ਮਾਨ ਸਨਮਾਨ ਕਰਦੇ ਹਾਂ ਸੋਸਾਇਟੀ। ਅਸੀਂ ਬਿਹਾਰ ਨੂੰ ਕਾਊਂਟ ਕਰਦੇ ਹਾਂ ਕਿ ਬੜੀ ਪੂਅਰ ਸਟੇਟ ਆ। ਬਿਹਾਰ ਨੇ ਵੀ ਆਪਣੇ ਜਿਹੜੇ ਪੈਰਾਮੈਡੀਕਲ ਤੇ ਮੈਡੀਕਲ ਮੁਲਾਜ਼ਮ ਨੇ ਉਹਨਾਂ ਨੂੰ ਕਰੋਨਾ ਤੋਂ ਬਾਅਦ 1 ਮਹੀਨੇ ਦੀ ਤਨਖਾਹ ਦਿੱਤੀ ਹੈ। ਯੂਪੀ ਗੌਰਮੈਂਟ ਨੇ ਵੀ 25% ਜਿਹੜੇ ਕਰੋਨਾ ਵਾਰੀਅਰ ਜਿਹਨਾਂ ਨੂੰ ਕਿਹਾ ਜਾਂਦਾ ਹੈ ਉਹਨਾਂ ਨੂੰ 25% ਆਫ ਦਾ ਪੇ ਜਿਹੜਾ ਉਹਨਾਂ ਨੂੰ ਇੱਕ ਤਰ੍ਹਾਂ ਦਾ ਸਨਮਾਨ ਦਿੱਤਾ। ਪਰ ਸਾਡੀ ਸਰਕਾਰ ਕੀ ਸਨਮਾਨ ਦੇ ਰਹੀ ਹੈ ਵੀ ਜਿਹੜਾ ਸਾਡਾ NPRD ਲੱਗ ਰਿਹਾ ਅਲਾਊਂਸ ਹੈ ਉਹਨੂੰ ਕੱਟ ਰਹੀ ਹੈ, ਡੀਲਿੰਗ ਕਰ ਰਹੀ ਹੈ। ਇਸ ਤੋਂ ਇਲਾਵਾ ਕੁਛ ਹੋਰ ਧੱਤੇ ਨੇ ਜਿਹਦੇ 'ਚ ਰੈਂਟ ਫ੍ਰੀ ਅਕੋਮੋਡੇਸ਼ਨ ਹੈ, ਜਿਹੜਾ ਕਿ ਸਾਨੂੰ ਐਮਰਜੈਂਸੀ ਸੇਵਾਵਾਂ ਨਿਭਾਉਣ ਨੂੰ, ਕਿਉਂਕਿ 24 ਆਵਰ ਅਸੀਂ ਔਨ ਕਰ ਰਹੇ ਹਾਂ। ਇੱਕ PG ਅਲਾਊਂਸ ਹੁੰਦਾ ਹੈ ਜੀ, PG ਅਲਾਊਂਸ ਹੈਗਾ ਜਿਹਨੇ ਪੋਸਟ ਗ੍ਰੈਜੂਏਸ਼ਨ ਕਰ ਲਈ, ਉਹਦੇ ਅਲਾਊਂਸਸ ਦੇ ਵਿੱਚ ਵੀ ਕਟੌਤੀ ਕੀਤੀ ਜਾ ਰਹੀ ਹੈ। ਅੱਛਾ ਜੀ। ਤਾਂ ਇੱਕ ਕਨਵੇਂਸ ਅਲਾਊਂਸ ਹੁੰਦਾ ਜੀ, ਇਹ ਕਾਫੀ ਅਲਾਊਂਸਸ ਦੀ ਕਟੌਤੀ ਕੀਤੀ ਗਈ ਹੈ। ਤਾਂ ਇਹਦੇ ਖਿਲਾਫ ਸਾਡਾ ਇਹ ਰੋਸ ਪ੍ਰਦਰਸ਼ਨ ਚੱਲਿਆ ਸੀ ਜੀ, ਜਿਸ ਚੱਲਦਾ ਸਾਨੂੰ 40 ਦਿਨ ਹੋਏ। ਇਹਦੇ ਵਿੱਚ ਸਾਨੂੰ ਅਸੀਂ ਜਦੋਂ ਇਹਨੂੰ ਗੌਰ ਨਾਲ ਸਮਝਦੇ ਹਾਂ ਸਿਸਟਮ ਨੂੰ ਵੀ ਏਦਾਂ ਕਿਉਂ ਕੀਤਾ ਗਿਆ ਜਾਂ ਇਹ ਕਿਉਂ ਪੇਸ਼ ਕੀਤਾ ਗਿਆ, ਤਾਂ ਉਹਦੇ 'ਚ ਗੱਲ ਨਿਕਲ ਕੇ ਆਉਂਦੀ ਹੈ ਕਿ ਸਰਕਾਰ ਇਹਨਾਂ ਸੰਸਥਾਵਾਂ ਨੂੰ, ਜਿਸ ਸਰਕਾਰ ਦੇ ਬੈਨਰ ਚੱਲਦੀਆਂ ਨੇ ਸਰਕਾਰੀ ਸੰਸਥਾਵਾਂ, ਉਹਨਾਂ ਨੂੰ ਡੀਫੰਡ ਕਰ ਰਹੀ ਹੈ। ਉਹਨਾਂ 'ਚ ਦੇਣ ਵਾਲੇ ਫੰਡਾਂ ਨੂੰ ਘਟਾ ਰਹੀ ਹੈ, ਚਾਹੇ ਉਹ ਤਨਖਾਹ ਦੇ ਰੂਪ 'ਚ ਹੋਵੇ, ਚਾਹੇ ਉਹ ਕੋਈ ਮਸ਼ੀਨਰੀ ਦੇ ਰੂਪ 'ਚ ਹੋਵੇ। ਉਹਨਾਂ ਨੂੰ ਡੀਫੰਡ ਕਰਕੇ ਸਰਕਾਰ ਉਹਨਾਂ ਨੂੰ ਡੀਫੰਕਟ ਕਰੇਗੀ, ਕਿਉਂਕਿ ਕਿਤੇ ਨਾ ਕਿਤੇ ਕਿਸੇ ਮੁਲਾਜ਼ਮ ਦੀ ਤਨਖਾਹ ਦੀ ਕਟੌਤੀ ਉਹਨਾਂ ਨੂੰ ਡੀਮੋਟੀਵੇਟ ਕਰਦੀ ਹੈ, ਉਹਨਾਂ ਦਾ ਸਰਕਾਰੀ ਸੰਸਥਾਵਾਂ ਤੋਂ ਮੋਹ ਭੰਗ ਹੁੰਦਾ ਹੈ ਤੇ ਉਹ ਛੱਡ ਕੇ ਬਾਹਰ ਜਾਣ ਲਈ ਮਜਬੂਰ ਹੁੰਦੀ ਹੈ। ਜਦੋਂ ਓਬਵੀਅਸ ਦੀ ਗੱਲ ਹੈ, ਜੇ ਕਿਸੇ ਡਾਕਟਰ ਨੂੰ ਪ੍ਰਾਈਵੇਟ ਸੈਕਟਰ 'ਚ 4 ਪੈਸੇ ਵੱਧ ਮਿਲਣਗੇ, ਉਹ ਸਰਕਾਰੀ ਸੰਸਥਾ ਕਿਉਂ ਜੁਆਇਨ ਕਰੇਗਾ? ਜੇ ਆਪਾਂ ਪੰਜਾਬ ਦਾ ਫੰਡਾ ਵੇਖੀਏ, ਪੰਜਾਬ ਦੇ ਵਿੱਚ RD ਬਹੁਤ ਸਾਰੀਆਂ ਪੋਸਟਾਂ ਜੋ ਡਾਕਟਰਾਂ ਵਾਸਤੇ ਕੱਢੀਆਂ ਜਾਂਦੀਆਂ ਨੇ, ਕੁਝ ਡਾਕਟਰ ਜੁਆਇਨ ਨਹੀਂ ਕਰਦੇ। ਸ਼ਾਇਦ ਉਹਨਾਂ ਦੇ ਕਾਰਨ ਇਹ ਵੀ ਹੋਣ। ਆਪਾਂ ਨੂੰ ਹਾਲਾਤ ਏਦਾਂ ਦੇ ਬਣਾਉਣੇ ਚਾਹੀਦੇ ਸਰਕਾਰ ਨੂੰ ਕਿ ਲੋਕ ਡਾਕਟਰ ਹੱਸ ਕੇ ਆਉਣ, ਇਹਨਾਂ ਸਰਕਾਰੀ ਸੰਸਥਾਵਾਂ ਵਿੱਚ ਸੇਵਾ ਕਰਨ ਲਈ ਉਹ ਲੋਕ ਅੱਗੇ ਆਉਣ। ਜੀ ਬਿਲਕੁਲ। ਇਹਨਾਂ ਨੂੰ ਲੁਭਾਵਣਾ ਬਣਾਇਆ ਜਾਣਾ ਚਾਹੀਦਾ। ਤਨਖਾਹ ਦੀ ਕਟੌਤੀ ਕਰਕੇ ਕਿਤੇ ਨਾ ਕਿਤੇ ਲੋਕਾਂ ਦੇ ਮਨਾਂ 'ਚ ਇਹ ਭੇਜਿਆ ਜਾ ਰਿਹਾ ਹੈ ਕਿ ਇਹ ਸੰਸਥਾਵਾਂ ਦੇ ਵਿੱਚ ਰਹਿਣ ਦਾ ਕੋਈ ਫਾਇਦਾ ਨਹੀਂ। ਠੀਕ ਹੈ। ਜਦੋਂ ਇਹ ਡੀਫੰਕਟ ਹੋ ਜਾਂਦੀਆਂ ਨੇ, ਅਲਟੀਮੇਟਲੀ ਇਹਨਾਂ ਨੂੰ ਪ੍ਰਾਈਵੇਟਾਈਜ਼ ਕੀਤਾ ਜਾਊਗਾ। ਆਪਾਂ ਹੀ ਕਹਾਂਗੇ ਵੀ ਇਹ ਚੱਲਦੇ ਤਾਂ ਹੈ ਨਹੀਂ, ਇਹਨਾਂ ਨੂੰ ਚਲਾਓ ਕਿਸੇ ਤਰੀਕੇ। ਸਰਕਾਰ ਕਹੇਗੀ ਵੀ ਆਉਂਦੇ ਨਹੀਂ, ਕੋਈ ਨਾ ਕੋਈ ਜੁਆਇਨ ਕਰਨਾ ਚਾਹੁੰਦਾ ਹੈ, ਜਿਹੜੇ ਲੱਗੇ ਨੇ ਉਹ ਜਾ ਰਹੇ ਨੇ, ਇਸ ਕਰਕੇ ਅਸੀਂ ਇਹਨਾਂ ਨੂੰ ਪ੍ਰਾਈਵੇਟ ਹੱਥਾਂ 'ਚ ਦੇ ਰਹੇ ਹਾਂ। ਬੇਸਿਕਲੀ ਇਹ ਟੀਕਾ ਹੈ, ਇੱਕ ਟੈਸਟ ਡੋਜ਼ ਹੈ ਜੋ ਲੱਗ ਰਹੀ ਹੈ, ਜਿਹਦਾ ਅਸੀਂ ਵਿਰੋਧ ਕਰ ਰਹੇ ਹਾਂ। ਜਿਹੜੀ ਗੱਲ ਸਾਨੂੰ ਹੁਣ ਸਮਝ ਆਉਂਦੀ ਹੈ ਉਹ ਲੋਕਾਂ ਨੂੰ ਸ਼ਾਇਦ 6 ਮਹੀਨੇ ਬਾਅਦ ਸਮਝ ਆ ਜੂਗੀ। ਇਹ ਪ੍ਰਾਈਵੇਟਾਈਜੇਸ਼ਨ ਨੂੰ ਪ੍ਰਮੋਟ ਕਰਨ ਵਾਸਤੇ 6ਵੇਂ ਪੇ ਕਮਿਸ਼ਨ ਦੇ ਹਿੱਤ ਜੁੜੀ ਜਾਣੀ। ਇਹਨਾਂ ਦੇ ਵਿਰੋਧ ਦੇ ਵਿੱਚ ਜਦੋਂ ਅਸੀਂ ਆਉਣੇ ਹਾਂ ਜੀ ਅੱਗੇ, ਅਸੀਂ 25 ਜੂਨ ਨੂੰ ਹੜਤਾਲ ਕਰਦੇ ਹਾਂ। 25 ਜੂਨ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਸਾਡੀ ਹੜਤਾਲ ਦੇ ਨਾਲ ਆਮ ਲੋਕਾਂ ਨੂੰ ਮੁਸ਼ਕਲਾਂ ਆ ਰਹੀਆਂ ਨੇ। ਅਸੀਂ 2-3 ਦਿਨ ਸਟ੍ਰਾਈਕ ਬੰਦ ਕਰਦੇ ਹਾਂ, ਦੁਬਾਰਾ ਫਿਰ 30 ਨੂੰ ਕਰਦੇ ਹਾਂ। ਫਿਰ ਅਸੀਂ ਉਸ 30 ਤਰੀਕ ਨੂੰ ਸਾਡੇ ਇੱਕ ਜ਼ਿਲ੍ਹਾ ਪ੍ਰਧਾਨ ਡਾਕਟਰ ਗੁਰਮੇਲ ਸਿੰਘ ਨੇ, ਉਹਨਾਂ ਦੀ ਬਦਲੀ ਕੀਤੀ ਜਾਂਦੀ ਹੈ, ਜੋ ਕਿ ਸਾਡੀ ਆਵਾਜ਼ ਨੂੰ ਦਬਾਉਣ ਲਈ ਕੀਤੀ ਜਾਂਦੀ ਹੈ। ਫਿਰ ਅਸੀਂ ਉਸ ਦੇ ਰੋਸ ਵਜੋਂ ਇੱਕ ਦਿਨ ਹੋਰ ਇੱਕ ਡੇਟ ਨੂੰ ਐਕਸਟੈਂਡ ਕਰਦੇ ਹਾਂ। ਇਸ ਤਰ੍ਹਾਂ ਦਾ ਇਹ ਸੰਘਰਸ਼ ਸਾਡਾ ਚੱਲਦਾ ਕਈ ਰੂਪਾਂ ਚ ਲੰਘਿਆ ਜੀ। ਅਸੀਂ ਲੋਕ ਪੱਖੀ ਜਥੇਬੰਦੀ ਹਾਂ, ਲੋਕਾਂ ਨੂੰ ਸੋਚਣ ਵਾਲੇ ਹਾਂ। ਤੁਹਾਨੂੰ ਯਾਦ ਹੀ ਹੋਣਾ ਹੈ ਵੀ ਇਹੋ ਜਿਹੇ ਕਿਹੜੇ ਮਸਲੇ ਹੋਏ ਨੇ ਜਾਂ ਇਹੋ ਜਿਹੀ ਕਿਹੜੀ ਹੜਤਾਲ ਹੋਈ ਹੈ ਜਿਹੜੀ ਡਾਕਟਰ ਨੇ ਤਨਖਾਹ ਦੇ ਮੁੱਦੇ ਤੇ ਕੀਤੀ ਹੋਵੇ। ਮੈਨੂੰ ਨਹੀਂ ਲੱਗਦਾ ਕਿ ਕਦੇ ਕੀਤੀ ਹੋਵੇ। ਬਿਲਕੁਲ ਜੀ। ਤਨਖਾਹ ਦੇ ਮੁੱਦੇ ਤੇ ਨਾ ਸਮਝੀ ਜਾਵੇ। ਅਸੀਂ ਲੋਕਾਂ 'ਚ ਇਹ ਸੁਨੇਹਾ ਲੈ ਕੇ ਜਾ ਰਹੇ ਹਾਂ ਕਿ ਇਹਨਾਂ ਨੂੰ ਪ੍ਰਾਈਵੇਟਾਈਜ਼ ਕਰਨ ਨਾਲ ਅਲਟੀਮੇਟਲੀ ਲੋਕਾਂ ਦਾ ਹੀ ਨੁਕਸਾਨ ਹੋਊਗਾ ਜੀ। ਤਾਂ ਸਾਡੀ ਟੱਕਰ ਸਰਕਾਰ ਨਾਲ ਹੋਣ ਕਰਕੇ ਲੋਕਾਂ ਨਾਲ ਸਾਡਾ ਕਿਸੇ ਤਰ੍ਹਾਂ ਦਾ ਕੋਈ ਵਿਰੋਧ ਨਹੀਂ ਸੀ। ਲੋਕਾਂ ਨੂੰ ਸਰਕਾਰੀ ਹਸਪਤਾਲਾਂ ਦੀਆਂ ਅਸੀਂ ਸੇਵਾਵਾਂ ਜਿਹੜੀਆਂ OPD ਸੇਵਾਵਾਂ ਸੀ ਉਹ ਅਸੀਂ ਉਵੇਂ ਤਰ੍ਹਾਂ ਪ੍ਰਦਾਨ ਕੀਤੀਆਂ। ਐਮਰਜੈਂਸੀ, ਪੋਸਟਮਾਰਟਮ, ਮੈਡੀਕਲ ਲੀਗਲ ਇਹਨਾਂ ਸੇਵਾਵਾਂ ਨੂੰ ਅਸੀਂ ਬਿਲਕੁਲ ਵੀ ਬੰਦ ਨਹੀਂ ਕੀਤਾ, ਕਿਉਂਕਿ ਇਹ ਲੋਕਾਂ ਲਈ ਬਹੁਤ ਦੁਖਦਾਈ ਹੋ ਜਾਂਦਾ, ਬਹੁਤ ਤੰਗੇ ਦਾ ਕੰਮ ਹੋ ਜਾਂਦਾ। ਅਸੀਂ ਇਹ ਨਹੀਂ ਕੀਤਾ, ਹਮੇਸ਼ਾ ਹੀ ਚੱਲਦੇ ਰੱਖਿਆ ਨਾ 40 ਦਿਨਾਂ ਦੇ ਦੌਰਾਨ। OPD ਰੋਸ ਵਜੋਂ ਅਸੀਂ ਇਹ ਕੀਤਾ ਸੀ, ਅਸੀਂ ਆਪਣੀ ਯੂਨੀਅਨ ਦੀ ਲੈਟਰ ਹੈਡ ਬਣਾਈ, ਇੱਕ OPD ਸਲਿੱਪ ਬਣਾਈ, ਯੂਨੀਅਨ ਵੱਲੋਂ ਫੰਡ ਇਕੱਠਾ ਕਰਕੇ ਮੈਡੀਸਨ ਇਕੱਠੀਆਂ ਕੀਤੀਆਂ ਗਈਆਂ। ਉਹ ਮੈਡੀਸਨ ਆਪਣੇ ਕੋਲੋਂ ਵੰਡੀ ਜੀ ਅਸੀਂ।
ਸਰਕਾਰੀ ਬਿਲਡਿੰਗਾਂ ਦਾ ਬਾਈਕਾਟ ਕੀਤਾ, ਖੁੱਲੇ ਦੇ ਵਿੱਚ ਬਹਿ ਕੇ ਪੈਰਲਲ ਓਪੀਡੀ ਚਲਾਈ। ਪੈਰਲਲ ਓਪੀਡੀ ਦਾ ਕਨਸੈਪਟ ਵੀ ਮੇਰਾ ਖਿਆਲ ਆ ਵੀ ਪਹਿਲੀ ਵਾਰੀ ਹੋਇਆ ਹੋਊਗਾ, ਬਿਲਕੁਲ ਜੀ, ਕਿਉਂਕਿ ਅਸੀਂ ਲੋਕਾਂ ਨੂੰ ਸੋਚਦੇ ਹੋਏ ਕੀਤਾ ਸੀ। ਹਾਂਜੀ ਜੀ, ਤੇ ਉਹ ਅਸੀਂ ਮਰੀਜ਼ ਵੇਖੇ, ਅਸੀਂ ਕਈ ਦਿਨ ਪੈਰਲਲ ਓਪੀਡੀ ਚਲਾਈ ਆਪਣੇ ਰੋਸ ਵਜੋਂ। ਪੈਰਲਲ ਓਪੀਡੀ ਦੇ ਦੌਰਾਨ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਊਗੀ ਕਿ ਸਾਰੇ ਪੰਜਾਬ ਦੇ ਵਿੱਚ ਅਸੀਂ 1 ਲੱਖ ਤੋਂ ਵੱਧ ਮਰੀਜ਼ ਦੇਖ ਚੁੱਕੇ ਹਾਂ ਤੇ ਬਹੁਤ ਹੀ ਜ਼ਿਆਦਾ ਜਿਹੜੀ ਹੈਗੀ ਮੈਡੀਸਨ ਵੀ ਅਸੀਂ ਉਹਦੇ 'ਚ ਦੇ ਚੁੱਕੇ ਹਾਂ, ਸਿਰਫ ਇਸ ਗੱਲ ਕਰਕੇ ਕਿ ਲੋਕਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਾ ਆਵੇ। ਜੀ, ਫਿਰ 23 ਜੁਲਾਈ ਨੂੰ ਅਸੀਂ ਕਾਲ ਦਿੱਤੀ ਸੀ। ਸਾਨੂੰ ਵਾਰ-ਵਾਰ ਇਹੀ ਲਾਰਾ ਮਿਲਦਾ ਰਿਹਾ ਕਿ ਤੁਹਾਡਾ ਕੰਮ ਹੋਇਆ ਪਿਆ, ਤੁਹਾਡੀਆਂ ਮੰਗਾਂ ਮੰਨ ਲਈਆਂ ਗਈਆਂ ਨੇ, ਬਸ ਇਹਦਾ ਡਿਕਲੇਅਰ ਕਰਨਾ ਬਾਕੀ ਹੈ। ਹਾਂਜੀ ਹਾਂਜੀ ਹਾਂਜੀ। ਉਹ ਜਿਹੜੀ ਸੀ 23 ਜੁਲਾਈ ਨੂੰ ਅਸੀਂ ਜਿਹੜੀ ਸਾਡੀ ਸਟੇਟ ਕਮੇਟੀ ਦੁਆਰਾ ਪ੍ਰੋਗਰਾਮ ਲਿਖਿਆ ਗਿਆ ਤੇ ਚੰਡੀਗੜ੍ਹ ਦੇ ਵਿੱਚ ਜਾ ਕੇ ਅਸੀਂ ਜਿਹੜਾ ਹੈਗਾ ਮੁੱਖ ਮੰਤਰੀ ਸਾਹਿਬ ਦੀ ਕੋਠੀ ਲੜ ਸਮਾਰਤ ਕਰਾਂਗੇ। ਉਹ ਸਾਡਾ ਧਰਨਾ ਸਟੇਟ ਲੈਵਲ ਦਾ ਸੀ, ਜਿਹਦੇ ਵਿੱਚ ਲਗਭਗ ਅਸੀਂ ਜਿਹੜੀਆਂ ਹੈਗੀਆਂ, ਮੈਂ ਹੋਰ ਵੀ ਦੱਸਣਾ ਚਾਹੁੰਦਾ ਕਿ ਇਸ ਲੜਾਈ ਦੇ ਵਿੱਚ ਵੈਟਰਨਰੀ ਐਸੋਸੀਏਸ਼ਨ ਤੇ ਸਾਡੇ ਜਿਹੜੇ ਆਯੁਰਵੈਦਿਕ ਵਾਲੇ ਐਸੋਸੀਏਸ਼ਨ ਹੈ ਤੇ ਸਾਡੀ ਹੋਮਿਓਪੈਥਿਕ ਐਸੋਸੀਏਸ਼ਨ ਹੈ, ਇੱਕ PCMS ਦੇ ਡਾਕਟਰ ਨੇ, ਮੈਡੀਕਲ ਕਾਲਜ ਦੇ ਡਾਕਟਰ ਪ੍ਰੋਫੈਸਰ ਨੇ, ਡੈਂਟਲ ਕਾਲਜ ਦੇ ਡਾਕਟਰ ਤੇ ਪ੍ਰੋਫੈਸਰ ਨੇ, ਇਹਨਾਂ ਸਾਰਿਆਂ ਨੇ ਰਲ ਕੇ ਇੱਕ ਜੁਆਇੰਟ ਗਵਰਨਮੈਂਟ ਡਾਕਟਰਸ ਕੋਆਰਡੀਨੇਸ਼ਨ ਕਮੇਟੀ ਬਣਾਈ ਹੋਈ ਹੈ ਜੀ। ਇਹ ਤਾਲਮੇਲ ਕਮੇਟੀ ਹੈ ਸਾਰੇ ਡਾਕਟਰਾਂ ਦੀ, ਸਰਕਾਰੀ ਡਾਕਟਰਾਂ ਦੀ। ਠੀਕ ਹੈ ਜੀ। ਇਹਨਾਂ ਦੇ ਬੈਨਰ ਹੇਠ ਅਸੀਂ 23 ਜੁਲਾਈ ਨੂੰ ਚੰਡੀਗੜ੍ਹ ਵਿਖੇ ਇੱਕ ਰੋਸ ਮੁਜ਼ਾਹਰਾ ਕੀਤਾ, ਜਿਹਦੇ ਵਿੱਚ ਸਾਰੇ ਪੰਜਾਬ ਤੋਂ ਅਸੀਂ 2200 ਲਗਭਗ ਡਾਕਟਰ ਇਕੱਠੇ ਹੋਏ ਸੀ ਤੇ ਇਹ ਬਹੁਤ ਵੱਡਾ ਇਕੱਠ ਸੀਗਾ। ਇਸ ਇਕੱਠ ਦੇ ਵਿੱਚ ਸਿਹਤ ਮੰਤਰੀ ਬਲਵੀਰ ਸਿੰਘ ਜੀ ਸਿੱਧੂ ਆਏ ਸੀ, ਜਿਨ੍ਹਾਂ ਨੇ ਪੂਰਾ ਓਪਨ ਪਬਲਿਕ ਦੇ ਵਿੱਚ ਇਹ ਐਲਾਨ ਕੀਤਾ ਸੀਗਾ ਕਿ ਤੁਹਾਡਾ ਜਿਹੜਾ ਮਸਲਾ ਹੈ ਉਹ ਬਹੁਤ ਹੀ ਸੰਜੀਦਾ ਤਰੀਕੇ ਨਾਲ ਹੱਲ ਕੀਤਾ ਜਾਊਗਾ ਤੇ ਉਹਦੇ 'ਚ ਤੁਹਾਡੀਆਂ ਮੰਗਾਂ ਨੂੰ ਮੰਨ ਲਿਆ ਗਿਆ ਤੇ ਉਹ ਡਿਕਲੇਅਰ ਕਰਨਾ ਜ਼ਰੂਰੀ ਹੈ, ਬਾਕੀ ਹੈ ਬਸ। ਅਸੀਂ ਕਿਹਾ ਸੀ ਵੀ ਡਿਕਲੇਅਰ ਕਰੋ, ਤਾਂ ਉਹਨਾਂ ਨੇ ਸਾਨੂੰ ਹਫ਼ਤੇ ਦਾ ਟਾਈਮ ਸਾਨੂੰ ਦਿੱਤਾ ਸੀ ਵੀ ਅਗਲੇ ਸ਼ੁੱਕਰਵਾਰ ਤੱਕ, ਜਿਹੜਾ ਕਿ ਪਿੱਛੇ ਲੰਘ ਚੁੱਕਿਆ 3-4 ਦਿਨ ਪਹਿਲਾਂ, ਵੀ ਉਹ ਸ਼ੁੱਕਰਵਾਰ ਤੱਕ ਤੁਹਾਡੇ ਮਸਲੇ ਦਾ ਜਿਹੜਾ ਅਫੀਸ਼ੀਅਲ ਐਲਾਨ ਹੋ ਜਾਊਗਾ। ਪਰ ਸਾਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਇਹ ਬਾਕੀ ਲਾਰਿਆਂ ਦੀ ਤਰ੍ਹਾਂ ਵੀ ਇਹ ਲਾਰਾ ਨਿਕਲਿਆ ਤੇ ਸਾਨੂੰ ਫਿਰ ਮਜਬੂਰਨ ਤੌਰ ਦੇ ਉੱਤੇ ਆਪਣੀ ਸੰਘਰਸ਼ ਨੂੰ ਤੇਜ਼ ਕਰਨਾ ਪਿਆ। ਅਸੀਂ ਦੇਖੋ ਇਸ ਸੰਘਰਸ਼ ਨੂੰ ਕਰਦੇ ਕਰਦੇ ਆਪਣੇ ਡਾਕਟਰਾਂ ਨੂੰ ਵਿਕਟਮਾਈਜ਼ ਵੀ ਕਰਾ ਰਹੇ ਹਾਂ, ਸਾਡੇ ਡਾਕਟਰਾਂ ਦੀਆਂ ਬਦਲੀਆਂ ਵੀ ਹੋ ਰਹੀਆਂ ਨੇ ਤੇ ਲੋਕਾਂ ਦਾ ਵੀ ਦੇਖੋ ਹਨਾ ਕਿਸੇ ਨਾ ਕਿਸੇ ਤਰੀਕੇ ਨੁਕਸਾਨ ਹੋ ਰਿਹਾ, ਪਰ ਸਰਕਾਰ ਕਿਤੇ ਨਾ ਕਿਤੇ ਲੈ ਕੇ ਇਹਨਾਂ ਮਸਲਿਆਂ ਨੂੰ ਸੰਜੀਦਾ ਨਹੀਂ ਸੀ। ਤਾਂ ਅਗਲੇ ਉਲੀਕੇ ਪ੍ਰੋਗਰਾਮ ਦੇ ਅਧੀਨ ਅਸੀਂ ਇਹ ਸੋਚਿਆ ਕਿ ਜਿੱਥੇ ਜਿਹੜੀਆਂ ਸੰਸਥਾਵਾਂ, ਜਿਹੜੇ ਆਫਿਸਾਂ, ਦਫ਼ਤਰਾਂ ਦੇ ਵਿੱਚ ਇਹ ਪਾਲਿਸੀਆਂ ਬਣਦੀਆਂ ਨੇ, ਉਲੀਕੀਆਂ ਜਾਂਦੀਆਂ ਨੇ ਜਾਂ ਇੰਪਲੀਮੈਂਟ ਕੀਤੀਆਂ ਜਾਂਦੀਆਂ ਨੇ, ਅਸੀਂ ਉਹਨਾਂ ਦਫ਼ਤਰਾਂ ਦਾ ਹੀ ਘਿਰਾਓ ਕਿਉਂ ਨਾ ਕਰੀਏ। ਤਾਂ ਸਿਵਲ ਸਰਜਨ ਦਫ਼ਤਰ ਸਾਰੇ ਪੰਜਾਬ ਦੇ, SMO ਸੀਨੀਅਰ ਮੈਡੀਕਲ ਅਫਸਰ ਸਾਰੇ ਪੰਜਾਬ ਦੇ, ਉਹਨਾਂ ਨੂੰ ਅਸੀਂ ਇੱਕ ਤਰ੍ਹਾਂ ਨਾਲ ਆਕੂਪਾਈ ਕੀਤਾ ਹੈ ਸਾਰੀ ਐਸੋਸੀਏਸ਼ਨ ਨੇ ਥਰੂਆਊਟ ਪੰਜਾਬ। ਇਹ ਵੀ ਸ਼ਾਇਦ ਇਤਿਹਾਸ 'ਚ ਪਹਿਲੀ ਵਾਰੀ ਹੋਇਆ ਹੋਊਗਾ ਕਿ ਲੋਕਾਂ ਨੂੰ ਸੇਵਾਵਾਂ ਦਿੰਦੇ ਅਸੀਂ ਇਹ ਚੀਜ਼ਾਂ ਨੂੰ ਆਕੂਪਾਈ ਕੀਤਾ, ਤਾਂ ਕਿ ਸਰਕਾਰ ਨੂੰ ਪਤਾ ਲੱਗ ਜੇ ਕਿ ਇਹ ਰੋਜ਼ ਜਿਹੜਾ ਹੈਗਾ ਉਹ ਬਹੁਤ ਜੈਨੂਅਨ ਹੈ ਤੇ ਬੜੇ ਵੱਡੇ ਪੱਧਰ ਤੇ ਆ ਤੇ ਇਹਨੂੰ ਹੱਲ ਕਰਨਾ ਬਣਦਾ। ਤਾਂ ਇਹ ਸੀ 3 ਦਿਨ ਦਾ ਸਾਡਾ ਇਹ ਪ੍ਰੋਗਰਾਮ ਲਿਖਿਆ ਹੋਇਆ ਸੀ ਜੀ, ਜਿਹਦਾ ਸਾਡਾ ਦੂਜਾ ਦਿਨ ਹੈ ਤੇ ਉਸ ਤੋਂ ਬਾਅਦ ਦੇ ਪ੍ਰੋਗਰਾਮ ਵੀ ਹੈਗੀ ਆ ਸਾਡੇ ਕੋਲੇ। ਜੀ ਜੀ ਬਿਲਕੁਲ। ਸੋ ਇਸ ਦੌਰਾਨ ਆਪਾਂ ਦੇਖੀਏ ਤਾਂ ਜਿਵੇਂ ਤੁਹਾਡੇ ਮੀਟਿੰਗਸ ਵੀ ਕਈ ਤਰ੍ਹਾਂ ਦੀਆਂ ਹੋ ਰਹੀਆਂ ਨੇ, ਲਾਰੇ ਤੁਹਾਨੂੰ ਜਿਹੜੇ ਕਈ ਤਰ੍ਹਾਂ ਦੇ ਸੁਣਨ ਨੂੰ ਮਿਲ ਰਹੇ ਨੇਗੇ। ਸੋ ਇਸ ਦੌਰਾਨ ਕਿਸੇ ਪਾਸਿਓਂ ਕੋਈ ਉਮੀਦ, ਕੋਈ ਆਸ ਕਿ ਤੁਹਾਨੂੰ ਲੱਗਦਾ ਕਿ ਸੰਘਰਸ਼ ਨੂੰ ਹੋਰ ਲੰਬਾ ਵੀ ਲੈ ਕੇ ਜਾਣਾ ਪੈ ਸਕਦਾ ਹੈ? ਹਾਂ, ਅਸੀਂ ਸੰਘਰਸ਼ ਨੂੰ ਲੰਬਾ ਸਮਝ ਰਹੇ ਸੀ ਜੀ ਪਹਿਲੇ ਦਿਨ ਤੋਂ, ਕਿਉਂਕਿ ਸਰਕਾਰਾਂ ਤੋਂ ਗੱਲ ਮਨਵਾਉਣੀ ਦੇਖ ਹੀ ਰਹੇ ਆ ਵੀ ਕਿੰਨੀ ਕੁ ਸੌਖੀ ਆ। ਅਸੀਂ ਇਹਦੀ ਸਭ ਤੋਂ ਵੱਡੀ ਮਿਸਾਲ ਸਾਡੇ ਕਿਸਾਨ ਭਰਾ ਨੇ ਜਿਹੜੇ ਹਲੇ ਵੀ ਦਿੱਲੀ ਦੇ ਬਾਰਡਰਾਂ ਤੇ ਇੰਨੇ ਮਹੀਨਿਆਂ ਬਾਅਦ ਬੈਠੇ ਨੇ, ਤਰ੍ਹਾਂ ਦੀਆਂ ਤੰਗੀਆਂ ਕੱਟ ਰਹੇ ਨੇ। ਸਰਕਾਰ ਬਿਲਕੁਲ ਉਹਨਾਂ ਦੀ ਮੰਗ ਨੂੰ ਲੈ ਕੇ ਸੰਜੀਦਾ ਨਹੀਂ ਹੈ। ਕਿਤੇ ਨਾ ਕਿਤੇ ਸਾਨੂੰ ਵੀ ਇਹ ਲੱਗਦਾ ਸੀ ਕਿ ਸਾਡੀ ਵੀ ਸਰਕਾਰ ਨਾਲ ਹੀ ਟੱਕਰ ਹੈ ਤੇ ਸਰਕਾਰ ਕਿੰਨੀ ਕੁ ਸੰਜੀਦਾ ਹੁੰਦੀ ਹੈ ਲੋਕਾਂ ਦੀਆਂ ਮੰਗਾਂ ਨੂੰ ਲੈ ਕੇ, ਸਾਡੇ ਮਨ 'ਚ ਸੀਗਾ ਜੀ। ਇਸ ਲਈ ਅਸੀਂ ਲੰਬੇ ਸੰਘਰਸ਼ ਦੀ ਰੂਪਰੇਖਾ ਵੀ ਤਿਆਰ ਕੀਤੀ ਹੋਈ ਹੈ ਤੇ ਅਸੀਂ ਉਹਦੇ ਲਈ ਤਿਆਰ ਵੀ ਹਾਂ, ਡਟੇ ਵੀ ਹੋਏ ਹਾਂ। ਤੇ ਲਾਰੇ ਲਾਉਣਾ ਸਰਕਾਰ ਦਾ ਕੰਮ ਹੈ, ਸੰਘਰਸ਼ ਕਰਨਾ ਸੰਘਰਸ਼ੀ ਲੋਕਾਂ ਦਾ ਕੰਮ ਹੁੰਦਾ, ਉਹ ਅਸੀਂ ਕਰ ਰਹੇ ਹਾਂ। ਬਿਲਕੁਲ ਜੀ ਜੀ। ਇਸ ਦੌਰਾਨ ਆਪਾਂ ਜੇ ਗੱਲਬਾਤ ਕਰਨੀ ਚਾਹੀਏ ਤਾਂ ਜਿਵੇਂ ਤੁਸੀਂ OPD ਪਹਿਲਾਂ ਤਾਂ ਜਿਹੜੀ ਹੈ ਆਪਣੇ ਤੌਰ ਉੱਤੇ ਚਲਾ ਰਹੇ ਸੀਗੇ, ਸੋ ਫਿਲਹਾਲ ਮੌਜੂਦਾ ਸਮੇਂ OPD ਦਾ ਕੀ ਸੀਨ ਚੱਲ ਰਿਹਾ ਜੀ? ਫਿਲਹਾਲ ਇਹ ਹੈ ਜੀ, ਕਿਉਂਕਿ ਸਾਡੀ ਜਿਹੜੀ ਮੈਨ ਪਾਵਰ ਹੈ ਉਹ ਅਸੀਂ ਸਿਵਲ ਸਰਜਨ ਦਫ਼ਤਰਾਂ ਨੂੰ ਆਕੂਪਾਈ ਕਰਨ ਤੇ ਲਾਈ ਹੋਈ ਹੈ। ਇਸ ਕਰਕੇ ਅਸੀਂ 3 ਦਿਨਾਂ ਦੇ ਵਿੱਚ ਆਪਣੇ ਰੋਸ ਨੂੰ ਇਸ ਤਰੀਕੇ ਨਾਲ ਪ੍ਰਗਟ ਕਰਨ ਵਾਸਤੇ ਜਿਹੜੇ 3 ਦਿਨ ਨੇ 2, 3 ਤੇ 4 ਅਗਸਤ ਵਾਲੇ, ਉਹਨਾਂ 'ਚ ਅਸੀਂ OPD ਸੇਵਾਵਾਂ ਨੂੰ ਫਿਲਹਾਲ ਬੰਦ ਰੱਖਿਆ ਹੋਇਆ। ਪਰ ਉਹਦੇ 'ਚ ਬਹੁਤ ਹੀ ਜ਼ਰੂਰੀ ਕੰਮ ਜਿਹੜੇ ਮੈਂ ਬਾਰ-ਬਾਰ ਕਹਿ ਰਿਹਾ ਕਿ ਜੇ ਕਿਸੇ ਨੂੰ ਕੋਈ ਬਹੁਤ ਜ਼ਿਆਦਾ ਕੋਈ ਐਮਰਜੈਂਸੀ ਮੈਡੀਕਲ, ਸਰਜੀਕਲ ਕੋਈ ਵੀ ਪ੍ਰੋਬਲਮ ਹੈ, ਕੋਈ ਟਰੋਮਾ ਹੈ, ਉਹਦੀ ਅਸੀਂ ਦੇਖ ਰਹੇ ਹਾਂ।
ਸਾਡੀ ਟੀਮ ਉੱਥੇ ਮੌਜੂਦ ਹੈ ਐਮਰਜੈਂਸੀ 'ਚ। ਪੋਸਟਮਾਰਟਮ ਰਿਲੇਟਡ ਜਾਂ ਮੈਡੀਕਲ ਲੀਗਲ ਰਿਲੇਟਡ ਕੰਮ ਜਿਹੜੇ ਕਿ ਟਾਈਮ ਬਾਉਂਡ ਹੁੰਦੇ ਨੇ ਉਹ ਵੀ ਅਸੀਂ ਉਵੇਂ ਹੀ ਨਿਰਵਿਘਨ ਦੇ ਰਹੇ ਹਾਂ। ਕੋਵਿਡ ਹੈ, ਕਰੋਨਾ ਮਹਾਮਾਰੀ ਨੂੰ ਦੇਖਦੇ ਹੋਏ ਉਹਦੇ ਜਿਹੜੀ ਵੈਕਸੀਨੇਸ਼ਨ ਚੱਲ ਰਹੀ ਹੈ, ਟੈਸਟਿੰਗ ਚੱਲ ਰਹੀ ਹੈ ਜਾਂ ਟ੍ਰੀਟਮੈਂਟ ਵਾਲਾ ਪਾਰਟ ਚੱਲ ਰਿਹਾ, ਉਹ ਵੀ ਸਾਡਾ ਨਿਰਵਿਘਨ ਚੱਲ ਰਿਹਾ ਜੀ। ਉਹਦੇ ਵਿੱਚ ਅਸੀਂ ਕੋਈ ਖਲਾ ਨਹੀਂ ਪਾਇਆ ਹਾਲੇ ਤੱਕ। ਓਪੀਡੀ ਲਈ ਹਾਂ ਕੁਝ ਦਿਨਾਂ ਲਈ ਅਸੀਂ ਸਸਪੈਂਡ ਕੀਤੀ ਹਾਲ ਦੀ ਘੜੀ। ਜੀ ਬਿਲਕੁਲ ਜੀ। ਸੋ ਇਸ ਦੌਰਾਨ ਫਿਰ ਬਹੁਤ ਸਾਰੇ ਮਰੀਜ਼ਾਂ ਨੂੰ ਪਰੇਸ਼ਾਨੀਆਂ ਵੀ ਹੋ ਰਹੀਆਂ ਹੋਣਗੀਆਂ। ਸੋ ਇਹ ਮਤਲਬ ਮਸਲਾ ਕਾਫੀ ਗੰਭੀਰ ਹੋ ਜਾਂਦਾ ਹੈ। ਅਤੇ ਤੁਸੀਂ ਜਿਵੇਂ ਪਹਿਲਾਂ ਦੱਸਿਆ ਸੀ ਕਿ ਓਪਨ ਦੇ ਵਿੱਚ ਵੀ ਤੁਹਾਡੇ ਵੱਲੋਂ ਆਪਣੇ ਬਿਹਾਫ ਦੇ ਉੱਤੇ ਐਸੋਸੀਏਸ਼ਨ ਵੱਲੋਂ OPD ਚਲਾਈ ਗਈ ਸੀ। ਤਾਂ ਆਪਾਂ ਉੱਥੇ ਵੀ ਦੇਖੀਏ ਤਾਂ ਮੇਰਾ ਖਿਆਲ ਹੈ ਓਪਨ ਦੇ ਵਿੱਚ ਜਦੋਂ ਵੀ ਆਪਾਂ ਬਾਹਰ ਬੈਠ ਕੇ ਜਦੋਂ OPD ਚਲਾ ਰਹੇ ਹੁੰਦੇ ਹਾਂ ਤਾਂ ਉਹ ਵੀ ਕੰਮ ਬਹੁਤ ਵੱਡਾ ਚੈਲੰਜ ਹੁੰਦਾ ਹੈਗਾ। ਬਹੁਤ ਮਰੀਜ਼ਾਂ ਦਾ ਖਿਆਲ ਰੱਖਣਾ ਵੀ ਜਿੱਥੇ ਵੱਡੀ ਸਮੱਸਿਆ ਆ ਜਾਂਦੀ ਹੈ, ਉਸ ਦੇ ਨਾਲ ਹੀ ਹਰ ਤਰ੍ਹਾਂ ਦਾ ਮੇਰਾ ਖਿਆਲ ਇਲਾਜ ਹੈ ਜਿਹੜਾ ਉਹ ਵੀ ਉੱਥੇ ਸੰਭਵ ਨਹੀਂ ਹੁੰਦਾ। ਸੋ ਐਮਰਜੈਂਸੀ ਤਾਂ ਤੁਸੀਂ ਜਿਵੇਂ ਦੱਸਿਆ ਹੀ ਹੈ ਉਹ ਤਾਂ ਉਵੇਂ ਹੀ ਚੱਲ ਰਹੀ ਸੀ, ਪਰ ਇਸ ਦੌਰਾਨ ਜਦੋਂ ਕੋਈ ਸੀਰੀਅਸ ਪੇਸ਼ੈਂਟ ਆ ਜਾਂਦਾ ਸੀਗਾ ਜਿਹੜਾ ਕਹਿ ਲਓ ਕਿ ਜਿਸ ਦੀ ਐਮਰਜੈਂਸੀ ਤਾਂ ਨਹੀਂ ਪਰ ਬਿਮਾਰੀ ਵੱਡੀ ਹੈ, ਸੋ ਉਹਨਾਂ ਹਾਲਾਤਾਂ ਦੇ ਵਿੱਚ ਵੀ ਤੁਹਾਨੂੰ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਆ ਰਹੀਆਂ ਹੋਣਗੀਆਂ ਯਕੀਨਨ। ਜੀ ਜੀ ਉਹਦੇ 'ਚ ਅਸੀਂ ਜਿਹੜੇ ਸਾਰੇ ਡਾਕਟਰ ਸੀਗੇ ਉਹ ਇੱਕ ਬੈਨਰ ਹੇਠ ਬੈਠਦੇ ਸੀ, ਸਾਰੇ ਬੈਠਦੇ ਸੀ ਬਾਹਰ, ਸਾਰੀਆਂ ਸਪੈਸ਼ੈਲਿਟੀਜ਼ ਦੇ ਬੈਠਦੇ ਸੀ ਅਤੇ ਅਸੀਂ ਬੜੀ ਸੰਜੀਦਗੀ ਨਾਲ ਇਹਨਾਂ ਮਰੀਜ਼ਾਂ ਨੂੰ ਵੇਖਿਆ ਹੈਗਾ। ਜਿੰਨੇ ਵੀ ਸਾਡੇ ਕੋਲੇ ਉਹ ਉਸ ਪੈਰਲਲ OPD ਦੌਰਾਨ ਵੀ ਆਉਂਦੇ ਆ, ਈਵਨ ਕਿ ਹੁਣ ਵੀ ਆਉਂਦੇ ਆ, ਅਸੀਂ ਉਹਨਾਂ ਨੂੰ ਸ਼ਾਰਟ ਲਿਸਟ ਕਰ ਲੈਂਦੇ ਹੁੰਦੇ ਹਾਂ। ਸ਼ਾਰਟ ਲਿਸਟ ਕਰਕੇ ਡਾਕਟਰ ਡਿਸਾਈਡ ਕਰ ਸਕਦਾ, ਆਮ ਦਿਨਾਂ 'ਚ ਵੀ ਅਸੀਂ ਡਿਸਾਈਡ ਕਰਦੇ ਰਹੇ ਹਾਂ ਕਿ ਕਿਹੜੇ ਮਰੀਜ਼ ਨੂੰ ਕਿਸ ਤਰ੍ਹਾਂ ਦੀ ਸਿਹਤ ਸਹੂਲਤ ਦੀ ਪਲੈਨਿੰਗ ਦੀ ਲੋੜ ਹੈ। ਕਿਉਂਕਿ ਸਾਡਾ ਜਿਹੜਾ ਸਮਾਜ ਹੈ ਉਹਦੇ 'ਚ ਜੇ ਦੇਖਿਆ ਜਾਵੇ ਤਾਂ ਡਾਕਟਰ ਹੀ ਕਈ ਵਾਰੀ ਮਰੀਜ਼ ਦੇ ਕਾਫੀ ਫੈਸਲੇ ਲੈਂਦਾ ਹੈ ਜਾਂ ਉਹਦੇ ਫੈਸਲੇ ਲੈਣ 'ਚ ਉਹਦਾ ਸਹਾਈ ਹੁੰਦਾ। ਅਸੀਂ ਦੇਖਦੇ ਹਾਂ ਕਿ ਡਾਕਟਰ ਦੀ ਸਲਾਹ ਦੇ ਨਾਲ ਕਾਫੀ ਚੀਜ਼ਾਂ ਦੇ ਕਾਫੀ ਸਮੱਸਿਆਵਾਂ ਦੇ ਹੱਲ ਹੁੰਦੇ ਆ। ਤਾਂ ਅਸੀਂ ਆਪਣੀ ਉਸ ਜ਼ਿੰਮੇਵਾਰੀ ਤੋਂ ਭੱਜੇ ਨਹੀਂ, ਅਸੀਂ ਉਹਨਾਂ ਦਿਨਾਂ ਦੇ ਵਿੱਚ ਵੀ ਆਪਣੀ ਜ਼ਿੰਮੇਵਾਰੀ ਨੂੰ ਨਿਭਾਇਆ। ਅਸੀਂ ਹੁਣ ਵੀ ਬਹੁਤ ਹੀ ਜੇ ਕੋਈ ਸਾਡੇ ਕੋਲ ਬੰਦਾ ਆਉਂਦਾ ਅਸੀਂ ਉਹਨੂੰ ਕਨਵਿੰਸ ਕਰਦੇ ਹਾਂ, ਅਤੇ ਜੇ ਸਾਨੂੰ ਲੱਗਦਾ ਹੁੰਦਾ ਕਿ ਉਹਦਾ ਇਲਾਜ 2 ਦਿਨ ਨਹੀਂ ਟਾਲਿਆ ਜਾ ਸਕਦਾ ਤਾਂ ਅਸੀਂ ਉਹਨੂੰ ਐਮਰਜੈਂਸੀ ਦੇ ਤੌਰ 'ਤੇ ਉਹਦਾ ਕੋਈ ਹੱਲ ਕਰਦੇ ਹਾਂ, ਉਹਨੂੰ ਟੈਂਪਰੇਰੀ ਜਾਂ ਪਰਮਾਨੈਂਟ ਸੋਲਿਊਸ਼ਨ ਜਿੱਦਾਂ ਦਾ ਵੀ ਉਹਦੇ ਲਈ ਢੁਕਮਾ ਹੁੰਦਾ ਉਹ ਅਸੀਂ ਦਿੰਦੇ ਹਾਂ। ਅਤੇ ਇਸ ਤੋਂ ਇਲਾਵਾ ਲੋਕਾਂ ਨੂੰ ਅਸੀਂ ਇਸ ਗੱਲ ਵੀ ਕਨਵਿੰਸ ਕਰਦੇ ਹਾਂ ਕਿ ਇਹ ਤੁਹਾਡੀ 3 ਦਿਨਾਂ ਦੀ ਤਕਲੀਫ ਤੁਹਾਡੀ ਆਪਣੀ ਲੜਾਈ ਦਾ ਹਿੱਸਾ ਬਣੂਗੀ। ਉਹ ਲੜਾਈ ਜਿਹੜੀ ਕਿ ਹਾਲੇ ਇੰਝ ਲੱਗਦੀ ਹੈ ਕਿ ਹਾਲੇ ਸਾਡੀ ਮੁਲਾਜ਼ਮਾਂ ਦੀ ਲੜਾਈ ਹੈ ਜਾਂ ਡਾਕਟਰਾਂ ਦੀ ਲੜਾਈ ਹੈ, ਜੋ ਕਿ ਅਸਲ ਵਿੱਚ ਡਾਕਟਰਾਂ ਦੀ ਲੜਾਈ ਨਾ ਹੋ ਕੇ ਆਮ ਲੋਕਾਂ ਦੀ ਲੜਾਈ ਹੈ। ਤਾਂ ਲੋਕਾਂ ਨੂੰ ਉਸ ਆਉਣ ਵਾਲੇ ਸੰਘਰਸ਼ ਲਈ ਤਿਆਰ ਵੀ ਕੀਤਾ ਜਾ ਰਿਹਾ ਕਿਤੇ ਨਾ ਕਿਤੇ। ਇਹ 3 ਦਿਨਾਂ ਦੀ ਕੁਰਬਾਨੀ ਤੁਹਾਡੀ ਉਸ ਸੰਘਰਸ਼ ਦੇ ਲੇਖੇ ਲਿਖੂਗੀ ਜਿਹੜੀਆਂ ਕਿ ਸਰਕਾਰੀ ਸੰਸਥਾਵਾਂ ਨੂੰ ਪ੍ਰਾਈਵੇਟਾਈਜ਼ ਹੋਣ ਤੋਂ ਤੇ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋਣ ਤੋਂ ਬਚਾਉਣਗੀਆਂ। ਜੀ ਜੀ। ਅਤੇ ਤੁਸੀਂ ਜਿਵੇਂ ਕਿ ਦੱਸਿਆ ਸੀ ਕਿ 3 ਦਿਨਾਂ ਦੀ ਹੁਣ ਤੁਹਾਡੇ ਵੱਲੋਂ ਮੁਕੰਮਲ ਹੜਤਾਲ ਕੀਤੀ ਗਈ ਅਤੇ ਇਸ ਦੌਰਾਨ ਸਿਵਲ ਸਰਜਨਾਂ ਦੇ ਦਫ਼ਤਰਾਂ ਦੇ ਅੱਗੇ ਵੀ ਘਿਰਾਓ ਕੀਤਾ ਗਿਆ। ਤਾਂ ਉਸ ਤੋਂ ਇਲਾਵਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕੀ ਤੁਹਾਡੇ ਵੱਲੋਂ ਜਿਹੜੀ ਹੈ ਰਣਨੀਤੀ ਅਪਣਾਈ ਜਾਵੇਗੀ, ਕੀ ਪਲੈਨਿੰਗ ਹੋਵੇਗੀ ਆਉਣ ਵਾਲੇ ਦਿਨਾਂ ਦੀ? ਹਾਂ, ਜਿਵੇਂ ਕਿ ਅਸੀਂ ਆਪਣੀ ਲੜਾਈ ਦੇ ਵਿੱਚ ਵਾਰ-ਵਾਰ ਇਹ ਦੱਸ ਰਹੇ ਹਾਂ ਕਿ ਲੋਕ ਪੱਖੀ ਜਥੇਬੰਦੀ ਹੈ ਤੇ ਲੋਕਾਂ ਦੇ ਪੱਖ ਨੂੰ ਹਮੇਸ਼ਾ ਧਿਆਨ 'ਚ ਰੱਖ ਕੇ ਹੀ ਫੈਸਲੇ ਲਏ ਜਾਣਗੇ ਤੇ ਲਏ ਗਏ ਨੇ। OPD ਵੀ ਚਲਾਈ ਗਈ ਹੈ, ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਵੀ ਵਧੀਆ ਤਰੀਕੇ ਨਾਲ ਗਿਆ ਹੈ ਤੇ ਹੱਲ ਵੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਤੇ ਇਸ ਹੁਣ ਵੀ ਅਸੀਂ ਲੋਕਾਂ ਨੂੰ ਨੁਕਸਾਨ ਨਹੀਂ ਪਹੁੰਚਾ ਰਹੇ, ਲੋਕਾਂ ਦੀਆਂ ਸਮੱਸਿਆਵਾਂ ਨੂੰ ਧਿਆਨ 'ਚ ਰੱਖਦੇ ਹੋਏ ਅਸੀਂ ਉਹਨਾਂ ਦਫ਼ਤਰਾਂ ਨੂੰ ਬੰਦ ਕੀਤਾ ਜਿੱਥੇ ਕੋਈ ਵੀ ਕੰਮ ਐਮਰਜੈਂਸੀ ਨਹੀਂ ਹੁੰਦਾ ਜਾਂ ਲਾਈਫ ਥ੍ਰੈਟਨਿੰਗ ਜਾਨਲੇਵਾ ਤਾਂ ਬਿਲਕੁਲ ਹੀ ਨਹੀਂ ਹੁੰਦਾ। ਇਸ ਕਰਕੇ ਇਹਨਾਂ ਸੰਸਥਾਵਾਂ ਨੂੰ ਅਸੀਂ ਬੰਦ ਕੀਤਾ ਤੇ ਇਸ ਸੰਘਰਸ਼ ਨੂੰ ਅੱਗੇ ਹੋਰ ਭਖਾਵਾਂਗੇ ਅਸੀਂ। ਇਹ ਜ਼ਿਲ੍ਹਿਆਂ ਤੇ ਨਹੀਂ ਰਹਿੰਦਾ, ਇਹ ਰਾਜ ਪੱਧਰ ਤੇ ਵੀ ਹੋ ਸਕਦਾ, ਸੂਬਾ ਪੱਧਰ ਤੇ ਵੀ ਹੋ ਸਕਦਾ ਤੇ ਇਹ ਫੈਲੂਗਾ, ਇਹ ਜਾਊਗਾ, ਇਹਨੂੰ ਅੱਗੇ ਸਾਡੀ ਰੂਪ ਰੇਖਾ ਬਣ ਰਹੀ ਆ, ਬਣਾਉਂਦੇ ਹਾਂ ਅਸੀਂ ਰੋਜ਼, ਇਹ ਵਧੂਗਾ ਜੀ ਕੰਮ। ਜੀ ਬਿਲਕੁਲ ਜੀ। ਸੋ ਅਸੀਂ ਵੀ ਇਹੀ ਆਸ ਕਰਾਂਗੇ ਕਿ ਜੋ ਮੰਗਾਂ ਨੇ ਤੁਹਾਡੀਆਂ ਉਹ ਜ਼ਰੂਰ ਪੂਰੀਆਂ ਹੋਣ, ਕਿਉਂਕਿ ਮੰਗਾਂ ਆਪਾਂ ਜੋ ਵੀ ਜਾਇਜ਼ ਹੁੰਦੀਆਂ ਨੇ ਜਦੋਂ ਆਪਾਂ ਉਦੋਂ ਹੀ ਆਪਾਂ ਧਰਨੇ ਪ੍ਰਦਰਸ਼ਨ ਕਰਦੇ ਹਾਂ, ਨਹੀਂ ਤਾਂ ਨਜਾਇਜ਼ ਮੰਗਾਂ ਦੇ ਲਈ ਮੇਰਾ ਖਿਆਲ ਹੈ ਕਦੇ ਵੀ ਲੰਬਾ ਸਮਾਂ ਜਿਹੜਾ ਕੋਈ ਸੰਘਰਸ਼ ਨਹੀਂ ਚੱਲ ਪਾਉਂਦਾ। ਇਸ ਦੌਰਾਨ ਆਪਾਂ ਜੇ ਗੱਲਬਾਤ ਕਰੀਏ ਤਾਂ ਜਿਵੇਂ ਤੁਸੀਂ ਦੱਸਿਆ ਸੀਗਾ ਕਿ ਜਿਵੇਂ ਸਿਵਲ ਸਰਜਨਾਂ ਦੇ ਦਫ਼ਤਰਾਂ ਦੇ ਘਿਰਾਓ ਕੀਤਾ ਗਿਆ, ਤਾਂ ਬੇਸਿਕਲੀ ਆਪਾਂ ਦੇਖੀਏ ਤਾਂ ਚਾਹੇ ਕੋਈ ਅਧਿਕਾਰੀ ਹੋਵੇ ਸਿਹਤ ਮਹਿਕਮੇ ਦਾ ਜਾਂ ਕੋਈ ਹੋਰ ਹੋਵੇ, ਉਸ ਦੌਰਾਨ ਉਹ ਸਾਰੇ ਵੀ ਕਿਤੇ ਨਾ ਕਿਤੇ ਡਾਕਟਰ ਹੀ ਹੁੰਦੇ ਨੇ, ਜਾਂ ਫਿਰ ਕਹਿ ਲਓ ਕਿ ਉਹ ਵੀ ਜਿਹੜਾ ਸ਼ੁਰੂਆਤੀ ਜੀਵਨ ਦੇ ਵਿੱਚ ਆਪਣੇ ਕੈਰੀਅਰ ਦੀ ਸ਼ੁਰੂਆਤ ਦੌਰਾਨ ਉਹਨਾਂ ਨੇ ਬਤੌਰ ਡਾਕਟਰ ਜਿਹੜਾ ਹੈ ਆਪਣੀਆਂ ਸੇਵਾਵਾਂ ਦਿੱਤੀਆਂ ਹੁੰਦੀਆਂ ਨੇ, ਅਤੇ ਉਹ ਉੱਥੋਂ ਹੀ ਅੱਗੇ ਪ੍ਰਮੋਟ ਹੋ ਕੇ ਜਾਂ ਹੋਰ ਢੰਗਾਂ ਦੇ ਰਾਹੀਂ ਜਿਹੜਾ ਅੱਗੇ ਤੱਕ ਪਹੁੰਚੇ ਹੁੰਦੇ ਹਨ। ਸੋ ਉਸ ਦੌਰਾਨ ਉਹਨਾਂ ਦਾ ਸਾਥ ਤੁਹਾਨੂੰ ਕਿਵੇਂ ਦਾ ਰਿਹਾ? ਉਹਨਾਂ ਦੇ ਨਾਲ ਕੋਆਰਡੀਨੇਸ਼ਨ ਦੀ ਆਪਾਂ ਗੱਲਬਾਤ ਕਰੀਏ ਤਾਂ ਜਿਹੜੇ ਵੱਡੇ ਅਧਿਕਾਰੀ ਨੇ ਉਹਨਾਂ ਦਾ ਗੱਲਬਾਤ ਕਿਵੇਂ ਦੀ ਰਹਿੰਦੀ ਸੀ ਤੁਹਾਡੇ ਸੰਘਰਸ਼ ਨੂੰ ਲੈ ਕੇ? ਕਿਉਂਕਿ ਜੀ ਦੇਖੋ, ਡਾਕਟਰ ਨੇ ਡਾਕਟਰ ਹੀ ਰਹਿਣਾ, ਚਾਹੇ ਉਹ ਆਪਣੇ ਕੈਰੀਅਰ ਦੇ ਮੁੱਢਲੇ ਸਾਲਾਂ 'ਚ ਹੋਵੇ ਜਾਂ ਆਪਣੇ ਕੈਰੀਅਰ ਦੇ ਅਖੀਰਲੇ ਸਾਲਾਂ 'ਚ ਹੋਵੇ ਜਾਂ ਉਹ ਰਿਟਾਇਰ ਵੀ ਹੋ ਜਾਵੇ, ਉਹਨੇ ਹਮੇਸ਼ਾ ਲੋਕ ਹੀ ਰਹਿਣਾ ਹੁੰਦਾ।
ਜ਼ਿਆਦਾਤਰ ਡਾਕਟਰਾਂ ਦੇ ਵਿੱਚ ਇਹ ਗੱਲ ਸਿੱਧ ਹੁੰਦੀ ਹੈ ਤੇ ਅਸੀਂ ਦੇਖਿਆ ਵੀ ਆ ਆਪਣੇ ਸਮਾਜ 'ਚ। ਇਹਦੇ 'ਚ ਅਸੀਂ ਮੰਗਾਂ ਨੂੰ ਲੈ ਕੇ ਕੁਝ ਲੋਕ ਤੁਰੇ ਹੋਏ ਹਾਂ, ਬਹੁਤੇ ਲੋਕ ਸਾਡੇ ਨਾਲ ਨੇ। ਜਿਹੜੇ ਸਾਡੇ ਜ਼ਿਲ੍ਹੇ ਦੇ ਵੱਡੇ ਅਫਸਰ ਨੇ ਉਹ ਵੀ ਸਾਡੇ ਨਾਲ ਨੇ, ਉਹ ਵੀ ਸਾਡੀਆਂ ਸਟ੍ਰਾਈਕਾਂ ਦੇ ਵਿੱਚ ਹਿੱਸਾ ਲੈਂਦੇ ਨੇ, ਉਹ ਵੀ ਸਾਡੀਆਂ ਮੰਗਾਂ ਨੂੰ ਇੰਡੋਰਸ ਕਰਦੇ ਨੇ ਤੇ ਸਰਕਾਰ ਤੱਕ ਉਹ ਆਪਣੇ ਤਰੀਕਿਆਂ ਨਾਲ ਆਪਣੀ ਗੱਲ ਪਹੁੰਚਾਉਂਦੇ ਨੇ। ਉਹਨਾਂ ਦਾ ਤਰੀਕਾ ਹੋਰ ਹੋ ਸਕਦਾ, ਸਾਡਾ ਹੋਰ ਹੋ ਸਕਦਾ, ਪਰ ਮੰਗਾਂ ਨੂੰ ਲੈ ਕੇ ਕਿਤੇ ਨਾ ਕਿਤੇ ਉਹ ਵੀ ਸੰਜੀਦਗੀ ਸ਼ੋਅ ਕਰ ਰਹੇ ਨੇ, ਦਿਖਾ ਰਹੇ ਨੇ। ਤੁਸੀਂ ਦੇਖਿਆ ਹੋਣਾ ਕਿ ਬਹੁਤੇ ਜ਼ਿਲ੍ਹਿਆਂ ਦੇ ਸਿਵਲ ਸਰਜਨ ਵੀ ਧਰਨਿਆਂ ਦੇ ਵਿੱਚ ਆ ਕੇ ਪੈਰਾਲੋਪਡੀ ਵੀ ਕਰਦੇ ਰਹੇ ਆ ਤੇ ਬਹੁਤੇ ਜ਼ਿਲ੍ਹਿਆਂ ਦੇ ਪ੍ਰੋਗਰਾਮ ਅਫਸਰ ਵੀ ਜਾਂ ਸੀਨੀਅਰ ਮੈਡੀਕਲ ਅਫਸਰ ਵੀ ਉਹ, ਕਿਉਂਕਿ ਸਾਡੇ ਵਿੱਚੋਂ ਹੀ ਗਏ ਨੇ ਜੀ, ਕੋਈ 5 ਸਾਲ ਪਹਿਲਾਂ, ਕੋਈ 5 ਸਾਲ ਬਾਅਦ, ਤਾਂ ਉਹ ਇਹਨਾਂ ਮੰਗਾਂ ਨੂੰ ਲੈ ਕੇ ਕਾਫੀ ਸੰਜੀਦਾ ਨੇ ਤੇ ਕਾਫੀ ਸਹਿਯੋਗ ਦੇ ਰਹੇ ਨੇ। ਸਾਨੂੰ ਮਾਣ ਹੈ ਇਸ ਗੱਲ ਦਾ ਕਿ ਉਹ ਸਾਡੇ ਨਾਲ ਨੇ ਤੇ ਇਸ ਕਰਕੇ ਇਹ ਸਾਡੀ ਕਲੈਕਟਿਵ ਐਫਰਟ ਹੈ ਜਿਹੜੀ ਉਹ ਜ਼ਰੂਰ ਸਫਲ ਹੋਊਗੀ, ਕਿਉਂਕਿ ਸਾਡੇ ਕੋਲ ਇਹਦੇ ਜਸਟੀਫਾਈਡ ਰੀਜ਼ਨ ਨੇ ਤੇ ਸਾਡੇ ਕੋਲ ਇਹਦਾ ਜਸਟੀਫਾਈਡ ਪਲਾਨ ਹੈ। ਇਸ ਕਰਕੇ ਅਸੀਂ ਇਹਦੇ 'ਚ ਕਾਮਯਾਬ ਹੋਵਾਂਗੇ। ਦੇਰ ਸਵੇਰ ਹੋ ਜਾਂਦੀ ਹੁੰਦੀ ਹੈ। ਜੀ 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 ਬਿਲਕੁਲ ਜੀ। ਸੋ ਇਸ ਦੌਰਾਨ ਮੈਂ ਇਹ ਵੀ ਜਾਣਨਾ ਚਾਹੂੰਗਾ ਕਿ ਤੁਸੀਂ ਜਿਵੇਂ ਕਿ ਦੱਸਿਆ ਸੀ ਕਿ ਵੈਟਰਨਰੀ ਡਾਕਟਰ ਹੋਣ ਚਾਹੇ ਜਾਂ ਹੋਮਿਓਪੈਥੀ, ਆਯੁਰਵੈਦਿਕ, ਉਹ ਸਾਰੇ ਹੀ ਕਲੈਕਟਿਵ ਰੂਪ ਦੇ ਵਿੱਚ ਸਾਂਝੇ ਤੌਰ ਉੱਤੇ ਇਕੱਠੇ ਹੋ ਕੇ ਅੱਗੇ ਆ ਗਏ ਨੇ। ਸੋ ਕੀ ਜਿਹੜੇ ਵੈਟਰਨਰੀ ਜਾਂ ਆਯੁਰਵੈਦਿਕ ਹਨ ਉਹਨਾਂ ਦੇ ਉੱਤੇ ਵੀ ਜੋ ਸਰਕਾਰ ਵੱਲੋਂ ਇਹ ਨਵੀਆਂ ਪਾਲਿਸੀਆਂ ਲਿਆਂਦੀਆਂ ਗਈਆਂ ਨੇ ਉਹ ਲਾਗੂ ਹੋ ਰਹੀਆਂ ਨੇ ਜਾਂ ਫਿਰ ਉਹ ਆਪਣਾ ਡਾਕਟਰ ਹੋਣ ਨਾਲ ਤੇ ਫਰਜ਼ ਦੇ ਬਿਹਾਫ 'ਤੇ ਹੀ ਜਿਹੜਾ ਇੱਕ ਇਸ ਸਾਂਝੇ ਮੋਰਚੇ ਦਾ ਹਿੱਸਾ ਬਣ ਰਹੇ ਨੇ? ਜੀ ਦੇਖੋ ਜੀ, ਇਹ ਵੈਸੇ ਤਾਂ ਜਿਹੜਾ NP ਵਾਲਾ ਮਸਲਾ ਹੈ ਜੀ ਉਹ ਸਾਰੇ ਡਾਕਟਰਾਂ ਤੇ ਲਾਗੂ ਹੁੰਦਾ ਹੈ, ਚਾਹੇ ਉਹ ਆਯੁਰਵੇਦ ਵਾਲੇ ਹੋਣ ਚਾਹੇ ਵੈਟਰਨਰੀ ਹੋਣ ਜੀ। ਪਲੱਸ ਜਿਹੜੀ ਮੈਂ ਦੂਜੀ ਗੱਲ ਕਹੀ ਹੈ ਕਿ ਪ੍ਰਾਈਵੇਟਾਈਜੇਸ਼ਨ ਦਾ ਜਿਹੜਾ ਕੰਸੈਪਟ ਹੈ ਉਹ ਡਾਕਟਰਾਂ ਦੀ ਸਮਝ 'ਚ ਆ ਗਿਆ, ਕਿਉਂਕਿ ਉਹਨਾਂ ਸੰਸਥਾਵਾਂ ਤੇ ਲਾਗੂ ਹੋ ਰਿਹਾ ਜਿੱਥੇ ਅਸੀਂ ਕੰਮ ਕਰ ਰਹੇ ਹਾਂ ਜੀ। ਤੁਸੀਂ ਦੇਖੋ ਵੀ ਪਿੱਛੇ ਜੇ ਇੱਕ ਖਬਰ ਆਈ ਸੀ ਅਖਬਾਰ ਦੇ ਵਿੱਚ ਵੀ ਜਿਹੜੀਆਂ ਪੰਜਾਬ ਸਰਕਾਰ ਦੇ ਸਰਕਾਰੀ ਹਸਪਤਾਲਾਂ ਦੀਆਂ ਲੈਬੋਰਟਰੀਆਂ ਨੇ ਉਹ ਬੰਬੇ ਦੀ ਕਿਸੇ ਕੰਪਨੀ ਦਿੱਤੀਆਂ ਜਾ ਰਹੀਆਂ ਨੇ। ਬਿਲਕੁਲ ਜੀ ਜੀ। ਤੇ ਤਾਂ ਇਹ ਸਰਕਾਰ ਕਿਤੇ ਨਾ ਕਿਤੇ ਆਪਣੀ ਜ਼ਿੰਮੇਵਾਰੀ 'ਚ ਭੱਜ ਰਹੀ ਹੈ। ਕਿਉਂ? ਬਜਾਏ ਉੱਥੇ ਉਹਨਾਂ ਲੈਬੋਰਟਰੀਆਂ ਦੇ ਵਿੱਚ ਸਟਾਫ ਭਰਤੀ ਕਰਨ ਦੇ, ਸਟਾਫ ਭਰਤੀ ਕਰਕੇ ਵੀ ਉਹਨਾਂ ਨੂੰ 24 ਘੰਟੇ ਚਲਾਇਆ ਜਾ ਸਕਦਾ। ਸਰਕਾਰ ਦਾ ਤਰਕ ਇਹ ਬਣਦਾ ਕਿ ਤੁਸੀਂ 24 ਘੰਟੇ ਨਹੀਂ ਚਲਾ ਸਕਦੇ, ਇਸ ਕਰਕੇ ਅਸੀਂ ਇਹਨਾਂ ਨੂੰ ਪ੍ਰਾਈਵੇਟ ਸੰਸਥਾਵਾਂ ਨੂੰ ਦੇ ਰਹੇ ਹਾਂ, ਉਹਨਾਂ ਨੂੰ 24 ਘੰਟੇ ਚਲਾਉਣਗੇ। ਤਾਂ ਸਾਡਾ ਜਵਾਬ ਇਹ ਹੈ, ਸਾਡਾ ਸਵਾਲ ਇਹ ਬਣਦਾ ਵੀ ਕੀ ਅਸੀਂ ਉਹਨਾਂ ਲੈਬੋਰਟਰੀਆਂ ਦੇ ਵਿੱਚ ਪੰਜਾਬ ਦੇ ਯੂਥ ਨੂੰ ਇੰਪਲਾਈ ਨਹੀਂ ਕਰ ਸਕਦੇ? ਕੀ ਅਸੀਂ ਨਵੀਆਂ ਭਰਤੀਆਂ ਨਹੀਂ ਕਰ ਸਕਦੇ? ਗੱਲ ਫਿਰ ਉਹੀ ਆ ਜਾਂਦੀ ਹੈ ਡੀਫੰਡ ਵਾਲੀ, ਜਿਹੜੀ ਮੈਂ ਤੁਹਾਨੂੰ ਕਹੀ ਹੈ ਕਿ ਸਰਕਾਰ ਪੈਸਾ ਨਹੀਂ ਖਰਚ ਕੇ ਰਾਜੀ ਹੈਗੀ। ਜੇ ਮੈਨੂੰ ਲੱਗਦਾ ਕਿ ਮੇਰੀ ਤਰ੍ਹਾਂ ਬਹੁਤੇ ਲੋਕਾਂ ਦਾ ਵੀ ਖਿਆਲ ਹੋਊਗਾ ਵੀ ਐਜੂਕੇਸ਼ਨ ਤੇ ਹੈਲਥ ਦੇ ਵਿੱਚ ਪੈਸਾ ਨਹੀਂ ਵਿਚਾਰਿਆ ਜਾਂਦਾ ਕਿੰਨਾ ਲੱਗ ਰਿਹਾ, ਇਹਦੇ 'ਚ ਆਊਟਪੁੱਟ ਹੀ ਵਿਚਾਰੀ ਜਾਣੀ ਚਾਹੀਦੀ ਹੈ ਕਿ ਅਸੀਂ ਕਿਸ ਤਰ੍ਹਾਂ ਦੀਆਂ ਸਰਵਿਸਿਜ਼ ਲੋਕਾਂ ਨੂੰ ਦੇ ਰਹੇ ਹਾਂ, ਕਿਉਂਕਿ ਇਹ ਬੇਸਿਕ ਨੈਸੈਸਿਟੀ ਬਣ ਜਾਂਦੀਆਂ ਨੇ ਲੋਕਾਂ ਦੀਆਂ। ਤਾਂ ਬਜਾਏ ਇਹ ਕਿ ਉਹਨਾਂ ਸੰਸਥਾਵਾਂ ਦੇ ਵਿੱਚ ਜਾਂ ਉਹਨਾਂ ਲੈਬੋਰਟਰੀਆਂ ਦੇ ਵਿੱਚ ਅਸੀਂ ਇੰਪਲੋਇਮੈਂਟ ਦੇਈਏ, ਨਵੀਂ ਭਰਤੀ ਕਰੀਏ ਤਾਂ ਕਿ ਉਹ 24 ਘੰਟੇ ਚੱਲ ਸਕਣ, ਅਸੀਂ ਇੱਕ ਨਵਾਂ ਰਸਤਾ ਲੱਭ ਰਹੇ ਹਾਂ ਕਿ ਇਹਨਾਂ ਨੂੰ ਪ੍ਰਾਈਵੇਟਾਈਜ਼ ਹੱਥਾਂ ਦੇ ਵਿੱਚ ਦੇ ਦਿੱਤਾ ਜਾਵੇ। ਹੁਣ ਪ੍ਰਾਈਵੇਟ ਕੋਈ ਬੰਦਾ ਬਿਨਾਂ ਮੁਨਾਫੇ ਤੋਂ ਕੰਮ ਨਹੀਂ ਕਰਦਾ, ਉਹ ਜਿੱਥੇ ਵੀ ਹੋਵੇ, ਉਹ ਆਏ ਮੁਨਾਫੇ ਲਈ ਹੈ। ਤਾਂ ਉਹ ਮੁਨਾਫੇ ਦੇ ਵਿੱਚ ਇਹ ਟੈਸਟ ਸਾਰੇ ਪੇਡ ਹੋ ਜਾਣਗੇ। CT ਸਕੈਨ, MRI ਵੀ ਲੱਗ ਰਹੇ ਨੇ ਸਾਰੇ ਪੰਜਾਬ ਦੇ ਹਸਪਤਾਲਾਂ ਦੇ ਵਿੱਚ, ਉਹ ਵੀ ਇੱਕ ਪ੍ਰਾਈਵੇਟ ਪਾਰਟਨਰਸ਼ਿਪ ਦੇ ਤੌਰ ਤੇ ਲੱਗ ਰਹੇ ਨੇ। ਤਾਂ ਇਹਦੇ ਵਿੱਚ ਪ੍ਰਾਈਵੇਟ ਜਿਹੜੇ ਵੱਡੇ ਘਰਾਣੇ ਨੇ, ਕਾਰਪੋਰੇਟ ਨੇ, ਉਹਨਾਂ ਨੂੰ ਫਾਇਦਾ ਪਹੁੰਚਾਉਣ ਦੀ ਗੱਲ ਵੱਧ ਹੋ ਰਹੀ ਹੈ, ਲੋਕਾਂ ਦੀਆਂ ਤਕਲੀਫਾਂ, ਮੁਸੀਬਤਾਂ ਜਾਂ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੀ ਗੱਲ ਘੱਟ ਹੋ ਰਹੀ ਹੈ। ਤਾਂ ਇਹ ਸਟੈਪ ਬਾਈ ਸਟੈਪ ਹੈ, ਜਿਵੇਂ ਮੈਂ ਕਿਹਾ ਇੱਕ ਟੀਕਾ ਹੈਗਾ, ਇੱਕ ਟੀਕਾ NP ਦੇਖ ਲਓ, ਦੂਜਾ ਟੀਕਾ ਪ੍ਰਾਈਵੇਟ ਲੈਬੋਰਟਰੀਆਂ ਕਰਕੇ ਵੇਖ ਲਓ, ਤੀਜਾ ਟੀਕਾ ਵੱਡਾ ਲੱਗ ਜੂ, ਕੱਲ੍ਹ ਨੂੰ ਉੱਥੇ ਹਸਪਤਾਲ ਦਾ ਨਾਮ ਹੀ ਚੇਂਜ ਹੋ ਜੂਗਾ। ਇਹ ਇੱਕ ਸਟੈਪ ਵਾਈਜ਼ ਅਪਰੋਚ ਹੁੰਦੀ ਆ। ਸਰਕਾਰ ਬੇਸਿਕਲੀ ਟੋਹ ਰਹੀ ਹੈ ਲੋਕਾਂ ਨੂੰ ਵੀ ਕੀ ਕੁਛ ਅਸੀਂ ਕਰ ਸਕਦੇ ਹਾਂ ਤੇ ਕਿੰਨਾ ਕੁ ਵਿਰੋਧ। ਜੀ ਜੀ ਜੀ, ਬਹੁਤ ਬਹੁਤ ਧੰਨਵਾਦ ਡਾਕਟਰ ਜਗਰੂਪ ਜੀ। ਤੁਸੀਂ ਆਪਣੇ ਮਸਲਿਆਂ ਨੂੰ ਲੈ ਕੇ ਡਾਕਟਰਾਂ ਵੱਲੋਂ ਜੋ ਵੀ ਸੰਘਰਸ਼ ਚਲਾਇਆ ਜਾ ਰਿਹਾ ਪਿਛਲੇ 41 ਦਿਨ ਤੋਂ, ਉਸ ਦੇ ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਦੀ ਜਿਹੜੀ ਸਾਰੀ ਰੂਪ ਰੇਖਾ ਤੋਂ ਲੈ ਕੇ ਜੋ ਵੀ ਉਸ ਦੇ ਵਿੱਚ ਹੋਇਆ, ਉਹ ਸਾਰੀਆਂ ਗੱਲਾਂ ਨੂੰ ਬਹੁਤ ਹੀ ਡਿਟੇਲ ਦੇ ਵਿੱਚ ਜਾਣਕਾਰੀ ਤਹਿਤ ਸਾਡੇ ਨਾਲ ਸਾਂਝਾ ਕੀਤਾ। ਬਹੁਤ ਬਹੁਤ ਸ਼ੁਕਰੀਆ ਡਾਕਟਰ ਜਗਰੂਪ ਜੀ। ਬਹੁਤ ਬਹੁਤ ਧੰਨਵਾਦ ਜੀ, ਸਾਨੂੰ ਮੌਕਾ ਦੇਣ ਲਈ, ਸਾਡੀਆਂ ਮੰਗਾਂ ਆਮ ਲੋਕਾਂ ਤੱਕ ਸਹੀ ਤਰੀਕੇ ਨਾਲ ਪਹੁੰਚਾਉਣ ਲਈ ਤੇ ਸਰਕਾਰ ਤੱਕ ਵੀ। ਬਹੁਤ ਬਹੁਤ ਧੰਨਵਾਦ ਜੀ ਜੀ, ਧੰਨਵਾਦ ਜੀ ਜੀ। ਸੋ ਪਿਆਰੇ ਸਰੋਤੋ, ਇਹ ਸਨ ਡਾਕਟਰ ਜਗਰੂਪ ਜੀ, ਜਿਨ੍ਹਾਂ ਨੇ ਡਿਟੇਲ ਦੇ ਵਿੱਚ ਸਾਨੂੰ ਜਾਣਕਾਰੀ ਦਿੱਤੀ ਹੈ ਜੋ ਕਿ ਡਾਕਟਰਾਂ ਵੱਲੋਂ ਜਿਹੜਾ ਸੰਘਰਸ਼ ਛੇੜਿਆ ਗਿਆ ਹੈ। ਦੱਸ ਦਈਏ ਕਿ ਬਠਿੰਡਾ ਦੇ ਵਿੱਚ ਵੀ ਅਸੀਂ ਦੇਖਿਆ ਸੀ ਕਿ ਡਾਕਟਰਾਂ ਵੱਲੋਂ ਓਪਨ ਦੇ ਵਿੱਚ ਜੋ ਹੈ OPD ਵੀ ਸ਼ੁਰੂ ਕੀਤੀ ਗਈ ਸੀ ਅਤੇ ਮਰੀਜ਼ਾਂ ਦੀ ਸਹੂਲਤ ਦੇ ਲਈ, ਕਿਉਂਕਿ ਉਹਨਾਂ ਦਾ ਕਹਿਣਾ ਸੀ ਕਿ ਉਹ ਮਰੀਜ਼ਾਂ ਨੂੰ ਪਰੇਸ਼ਾਨ ਕਰਨਾ ਉਹਨਾਂ ਦਾ ਬਿਲਕੁਲ ਵੀ ਮਨੋਰਥ ਨਹੀਂ ਹੈ। ਸੋ ਇਸੇ ਮਕਸਦ ਦੇ ਨਾਲ ਉਹਨਾਂ ਵੱਲੋਂ ਪਹਿਲਾਂ ਇਹ ਓਪਨ OPD ਸ਼ੁਰੂ ਕੀਤੀ ਗਈ ਸੀ। ਇਸ ਤੋਂ ਬਾਅਦ ਉਹਨਾਂ ਵੱਲੋਂ ਜਿਹੜੀ ਆਪਣੀ ਜਥੇਬੰਦੀ ਦੀ ਉਹ ਜਿਹੜਾ ਲੈਟਰ ਪੈਡ ਸੀਗਾ
ਉਸ ਦੇ ਉੱਤੇ ਵੀ ਜਿਹੜੀ ਹੈ OPD ਚਲਾਈ ਗਈ ਸੀ। ਸੋ ਇਸ ਪ੍ਰਕਾਰ ਡਾਕਟਰਾਂ ਵੱਲੋਂ ਆਪਣੇ ਜਿਹੜਾ ਸੰਘਰਸ਼ ਹੈ ਉਹ ਚਲਾਇਆ ਗਿਆ ਹੈ ਅਤੇ ਹੁਣ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਉਹਨਾਂ ਵੱਲੋਂ ਅੱਗੇ ਵੀ ਹੋਰ ਜਿਹੜੀ ਹੈ ਰਣਨੀਤੀ ਅਪਣਾਈ ਜਾਵੇਗੀ। ਸੋ ਇਹ ਸਨ ਬਠਿੰਡਾ ਤੋਂ ਡਾਕਟਰ ਜਗਰੂਪ ਜੀ, ਜਿਨ੍ਹਾਂ ਨੇ ਡਿਟੇਲ ਦੇ ਵਿੱਚ ਸਾਨੂੰ ਇਸ ਸਾਰੇ ਮੁੱਦੇ ਬਾਰੇ ਜਾਣਕਾਰੀ ਦਿੱਤੀ ਹੈ। ਫਿਲਹਾਲ ਪ੍ਰੋਗਰਾਮ ਸ਼ਮਾਦਾਨ ਨੂੰ ਖਤਮ ਕਰਨ ਦਾ ਵੇਲਾ ਆ ਗਿਆ ਜੀ। ਸੋ ਪ੍ਰੋਗਰਾਮ ਸ਼ਮਾਦਾਨ ਦੇ ਨਾਲ ਜੁੜੇ ਸਾਰੇ ਸਰੋਤਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਹੋਏ ਅਸੀਂ ਵਿਦਾ ਹੋਣਾ ਚਾਹਾਂਗੇ ਅਤੇ ਅਸੀਂ ਕੱਲ੍ਹ ਨੂੰ ਮਿਲਾਂਗੇ। ਅਤੇ ਬਹੁਤ ਬਹੁਤ ਧੰਨਵਾਦ ਜੀ ਅੱਜ ਦੇ ਲਈ, ਇਸ ਪ੍ਰੋਗਰਾਮ ਨੂੰ ਸੁਣਨ ਦੇ ਲਈ ਸਾਰਿਆਂ ਦਾ ਹੀ ਬਹੁਤ ਬਹੁਤ ਸ਼ੁਕਰੀਆ। ਸ਼ਮਾਦਾਨ।